ਬਹੁਤ ਵੱਡੀ ਗਿਣਤੀ ਦੇ ਵਿੱਚ ਪੇਰੈਂਟਸ ਡਾਢੇ ਪਰੇਸ਼ਾਨ ਨੇ। ਸਾਨੂੰ ਰੋਜ਼ਾਨਾ ਬਹੁਤ ਸਾਰੀਆਂ ਅਜਿਹੀਆਂ ਸਟੋਰੀਜ਼ ਸੁਣਨ ਨੂੰ ਮਿਲਦੀਆਂ ਨੇ ਕਿ ਜਦੋਂ ਪੇਰੈਂਟਸ ਕਹਿੰਦੇ ਨੇ ਵੀ ਮੈਂ ਆਪਣੇ ਬੱਚੇ ਕੋਲ ਆ ਵੇਪਿੰਗ ਡਿਵਾਈਸ ਮੈਨੂੰ ਲੱਭਿਆ, ਜਾਂ ਮੇਰਾ ਬੱਚਾ ਸਕੂਲ ਦੇ ਵਿੱਚ ਇਸ ਕਰਕੇ ਹੁਣ ਵਾਸ਼ਰੂਮ ਤੱਕ ਨਹੀਂ ਜਾ ਪਾਉਂਦਾ ਕਿਉਂਕਿ ਵਾਸ਼ਰੂਮ ਦੇ ਵਿੱਚ ਕੌਨਸਟੈਂਟਲੀ ਇੱਕ ਗਰੁੱਪ ਹੈਗਾ ਸਟੂਡੈਂਟਸ ਦਾ ਜੋ ਵੇਪਿੰਗ ਕਰ ਰਹੇ ਨੇ, ਅਤੇ ਜਦੋਂ ਕੋਈ ਬੱਚਾ ਉੱਥੇ ਜਾਂਦਾ ਵਾਸ਼ਰੂਮ ਯੂਜ਼ ਕਰਨ ਅਤੇ ਉਹਨਾਂ ਨੂੰ ਬੁਲੀ ਕੀਤਾ ਜਾਂਦਾ ਅਤੇ ਹੋਰ ਤਰ੍ਹਾਂ ਦੀ ਉੱਥੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ। ਸੋ ਇਸ ਸਮੱਸਿਆ ਦੇ ਮਲਟੀਪਲ ਫੈਕਟਰਸ ਨੇ ਜੀ। ਜੇ ਸਪੈਸੀਫਿਕਲੀ ਸਟ੍ਰਿਕਟਲੀ ਮੈਡੀਕਲ ਪੁਆਇੰਟ ਆਫ ਵਿਊ ਤੋਂ ਗੱਲ ਸ਼ੁਰੂ ਕਰੀਏ, ਵੇਪਿੰਗ ਦਾ ਕੀ ਮਾੜਾ ਅਸਰ ਪੈਂਦਾ ਹੈ ਅਤੇ ਹਾਊ ਡਜ਼ ਇਟ ਇੰਪੈਕਟ ਦੀ ਜਨਰਲ ਹੈਲਥ? ਮਾੜੀ ਗੱਲ ਹੈਗੀ ਆ, ਨਸ਼ੇੜੀ ਗੱਲ ਹੈਗੀ ਆ, ਸਰੀਰ ਨੂੰ ਮਨ ਨੂੰ ਡੈਮੇਜ ਕਰਨ ਵਾਲੀ ਗੱਲ ਹੈਗੀ ਆ। ਹੁਣ ਦੇਖੋ ਸਿਗਰਟ ਜਿਹੜੀ ਹੈਗੀ ਆ ਬੜੇ ਲੰਬੇ ਅਰਸੇ ਤੋਂ ਲੋਕ ਲੈ ਰਹੇ ਸੀ ਅਤੇ ਹੌਲੀ ਹੌਲੀ ਮੁਹਿੰਮ ਚੱਲੀ ਵੀ ਸਿਗਰਟ ਦੇ ਨਾਲ ਲੰਗ ਕੈਂਸਰ ਹੁੰਦਾ, ਹਾਂਜੀ, ਆਦਤ ਪੈ ਜਾਂਦੀ ਆ। ਸੋ ਹੌਲੀ ਹੌਲੀ ਸਿਗਰਟ ਦਾ ਰੁਝਾਨ ਘਟਿਆ, ਲੇਕਿਨ ਕਰੀਬਨ 20 ਸਾਲ ਪਹਿਲੋਂ ਈ ਸਿਗਰਟ ਦਾ ਜਿਹੜੀ ਹੈਗੀ ਆ ਆਵਿਸ਼ਕਾਰ ਹੋਇਆ। ਉਹਦਾ ਇਹ ਸੀ ਵੀ ਜਿਹੜਾ ਬੰਦਾ ਸਿਗਰਟ ਛੱਡਣਾ ਚਾਹੁੰਦਾ ਉਹਨੂੰ ਹੌਲੀ ਥੋੜ੍ਹਾ ਡੋਜ਼ ਨਿਕੋਟੀਨ ਦਾ ਦੇ ਕੇ ਘਟਾਈਏ ਜੀ, ਜਿੱਦਾਂ ਨਿਕੋਰੇਟ ਗਮ ਹੁੰਦੀ ਆ, ਪੈਚਿਸ ਹੁੰਦੀਆਂ ਜਿਨ੍ਹਾਂ ਨੇ ਸਿਗਰਟ ਛੱਡਣੀ ਆ ਜੀ। ਉਹਦੇ ਬਾਅਦ ਜਿਹੜਾ ਵੇਪ ਜਿਹੜਾ ਹੈਗਾ ਉਹ ਬਣਿਆ, ਔਰ ਜਿਹੜੀ ਇੰਡਸਟਰੀ ਕੈਨੇਡਾ ਦੇ ਵਿੱਚ ਵੇਪਿੰਗ ਦੀ ਹੈਗੀ ਆ, ਔਰ ਕੈਨੇਡਾ ਦੇ ਜਿਹੜੇ ਬੱਚੇ ਵੇਪ ਕਰ ਰਹੇ ਆ ਉਹ ਸੰਸਾਰ ਭਰ ਦੇ ਵਿੱਚ ਉਹਨਾਂ ਦੀ ਮਾਤਰਾ ਸਭ ਤੋਂ ਜ਼ਿਆਦਾ ਆ। ਅੱਛਾ ਜੀ, ਪਰ ਕੈਪੀਟਲ ਦੇ ਹਿਸਾਬ ਨਾਲ? ਹਾਂ, 40 ਮਿਲੀਅਨ ਅਸੀਂ ਆਬਾਦੀ ਦੇ ਆ। ਅਤੇ ਤੁਸੀਂ ਦੇਖੋ ਜਿਹੜਾ ਵੇਪ ਹੈ ਨਾ, ਹਾਂਜੀ, ਉਹ ਲੀਗਲੀ 19 ਸਾਲ ਤੋਂ ਉੱਤੇ ਵਾਸਤੇ ਬਣਿਆ, ਲੇਕਿਨ ਹੁਣ ਬੱਚਿਆਂ ਦੇ ਆਂਕੜੇ ਦੇਖੋ, ਜਿਹੜਾ ਹਾਈ ਸਕੂਲ ਦਾ ਬੱਚਾ 7ਵੀਂ ਤੋਂ 12ਵੀਂ, ਹਾਂਜੀ, 29% ਉਹ ਕਨਫੈਸ ਕਰ ਚੁੱਕੇ ਆ ਵੀ ਕਦੀ ਨਾ ਕਦੀ ਉਹਨਾਂ ਨੇ ਵੇਪ ਕੀਤਾ ਜੀ, ਮਤਲਬ ਐਵਰੀ ਥਰਡ ਚਾਈਲਡ। ਔਰ ਜਿਹੜਾ 11ਵੀਂ ਔਰ 12ਵੀਂ ਵਾਲਾ ਉਹ 40% ਕਹਿ ਰਹੇ ਆ ਵੀ ਅਸੀਂ ਵੇਪ ਕੀਤਾ ਕਦੀ ਨਾ ਕਦੀ। ਔਰ ਜਿਹੜੇ ਆਦਤ ਪੈ ਗਈ ਜਿਨ੍ਹਾਂ ਨੂੰ ਉਹ ਹੈਗੀ ਹੈ 10 ਤੋਂ 12%। ਜਿਹੜੇ 11ਵੀਂ 12ਵੀਂ ਵਾਲੇ ਉਹ 10% ਆ, 7ਵੀਂ ਤੋਂ 10ਵੀਂ ਤੱਕ ਉਹ 10% ਆ। ਹੁਣ ਜਿਹੜੇ ਤੁਸੀਂ ਐਡਲਟ 'ਤੇ ਦੇਖੋਗੇ 25 ਸਾਲ ਤੋਂ ਉੱਤੇ, ਉਹ ਸਿਰਫ 4% ਕਰ ਰਹੇ ਆ ਈ ਸਿਗਰਟ ਜਾਂ ਵੇਪਿੰਗ। ਅੱਛਾ ਜੀ। ਹੁਣ ਜਿਹੜਾ ਬੱਚੇ ਦਾ ਜਦੋਂ ਬੱਚਾ ਜਵਾਨ ਹੋ ਰਿਹਾ, ਦੇਖੋ ਹਾਈ ਸਕੂਲ 'ਚ 13-14 ਤੋਂ ਉਹਨੇ ਜਾਣਾ ਸ਼ੁਰੂ ਹੋ ਗਿਆ। ਜਦੋਂ ਟੀਨਏਜ ਈਅਰਸ ਹੈ ਉਹਦੇ ਵਿੱਚ ਬੋਡੀ 'ਚ ਵਿਕਾਸ ਆ ਰਿਹਾ, ਉਹ ਪਿਊਬਰਟੀ ਦੇ ਥਰੂ ਜਾ ਰਿਹਾ, ਕਿਸ਼ੋਰ ਅਵਸਥਾ ਤੋਂ ਜਾ ਰਿਹਾ, ਜਵਾਨ ਹੋ ਰਿਹਾ, ਉਹਦੇ ਵਿੱਚ ਹਾਰਮੋਨਸ ਵੀ ਹੈਗੇ, ਉਹਦੀ ਬੋਡੀ ਚੇਂਜ ਹੋ ਰਹੀ ਹੈ, ਮਾਈਂਡ ਜਿਹੜਾ ਹੈਗਾ ਚੇਂਜ ਹੋ ਰਿਹਾ, ਬ੍ਰੇਨ ਮੈਚਿਓਰ ਹੋ ਰਿਹਾ। ਸੋ ਆਹ ਚੀਜ਼ਾਂ ਜਦੋਂ ਉਹ ਸ਼ੁਰੂ ਕਰ ਲੈਂਦਾ ਉਹਦੀ ਲੱਤ ਲੱਗ ਜਾਂਦੀ ਹੈ। ਹੁਣ ਅਸੀਂ ਬੱਚਿਆਂ ਨੂੰ ਪੁੱਛਿਆ ਭਾਈ ਤੁਸੀਂ ਵੇਪਿੰਗ ਕਿਉਂ ਕਰਦੇ ਹੋ, ਤਾਂ ਇਮਾਨਦਾਰੀ ਦੇ ਨਾਲ 20% ਬੱਚਿਆਂ ਨੇ ਕਿਹਾ ਵੀ ਸਾਨੂੰ ਸਟਰੈਸ ਹੈਗਾ, ਸਕੂਲ ਦਾ ਹੈਗਾ, ਸਮਾਜ ਦਾ ਹੈਗਾ, ਘਰ ਦਾ ਹੈਗਾ, ਜਾਂ ਬੋਡੀ ਦੇ ਚੇਂਜਸ ਆ ਰਹੀਆਂ ਇਸ ਲਈ ਅਸੀਂ ਕਰ ਰਹੇ। ਦੂਜੇ 20% ਕਹਿੰਦੇ ਆ ਵੀ ਅਸੀਂ ਤਾਂ ਹੁਣ ਆਦੀ ਹੋ ਗਏ ਵੀ ਇਸ ਤੋਂ ਰਹਿ ਨਹੀਂ ਸਕਦੇ। ਜਿਹੜਾ ਇਹਦਾ ਜਿਹੜਾ ਐਡਿਕਟਿਵ ਕਰਨ ਵਾਲਾ ਇਹਦਾ ਕੰਪੋਨੈਂਟ ਹੈ ਜੀ, ਇਹ ਐਡਿਕਟਿਵ ਕਿਵੇਂ ਹੁੰਦਾ? ਕਿਉਂਕਿ ਕਈਆਂ ਨਾਲ ਨਾ ਜਦੋਂ ਬੱਚਿਆਂ ਨਾਲ ਕੁਝ ਵੇਪਿੰਗ ਕਰਦੇ, ਮੈਂ ਕਈਆਂ ਨੂੰ ਪੁੱਛਿਆ, ਮੈਂ ਕਿਹਾ ਕਿਉਂ ਕਰਦੇ ਹੋ, ਤੁਹਾਨੂੰ ਪਤਾ ਨੁਕਸਾਨ ਹੈ ਇਹਦਾ? ਮੂਹਰੇ ਜਵਾਬ ਇਹ ਦਿੰਦੇ ਡਾਕਟਰ ਸਾਹਿਬ, ਕਹਿੰਦੇ ਜਿਹੀ ਚੁਇੰਗਮ ਖਾ ਲਈ ਜਿਹਾ ਇਹ ਕਰ ਲਿਆ, ਇਹਦੇ 'ਚ ਕਿਹੜਾ ਕੋਈ ਇਹ ਸਿਗਰਟ ਥੋੜ੍ਹੇ ਆ, ਤੁਹਾਨੂੰ ਨਹੀਂ ਪਤਾ? ਨਹੀਂ ਜੀ ਨਹੀਂ, ਇਹ ਸਿਗਰਟ ਨਹੀਂ ਆ। ਉਹ ਮੈਂ ਕਿਹਾ ਬੱਚੇ ਤੁਹਾਨੂੰ ਨਹੀਂ ਪਤਾ ਵੀ ਤੁਸੀਂ ਕਰ ਕੀ ਰਹੇ ਹੋ, ਕਿ ਇਹਦੇ ਵਿੱਚ ਵੀ ਕੈਮੀਕਲਸ ਤਾਂ ਹੈਗੇ ਹੀ ਨੇ ਜੀ। ਸੋ ਜਿਹੜਾ ਉਹਦੇ ਵਿੱਚ ਜਿਹੜਾ ਉਹਦਾ ਐਡਿਕਟਿਵ ਕਰਨ ਵਾਲਾ ਜਿਹੜਾ ਤੱਤ ਹੈਗਾ, ਸੋ ਇਜ਼ ਇਟ ਨਿਕੋਟਿਨ ਦੈਟ ਮੇਕਸ ਇਟ ਐਡਿਕਟਿਵ ਔਰ ਇਜ਼ ਇਟ ਆਲ ਦੀ ਅਦਰ ਕੰਬੀਨੇਸ਼ਨ ਆਫ ਕੈਮੀਕਲਸ ਐਂਡ ਐਵਰੀਥਿੰਗ? ਹਾਂਜੀ, ਦੇਖੋ ਨਿਕੋਟਿਨ ਜਿਹੜਾ ਹੈਗਾ ਉਹ ਸਿਗਰਟ 'ਚ ਵੀ ਹੁੰਦਾ, ਰਾਈਟ, ਔਰ ਇਹਨਾਂ ਪ੍ਰੋਡਕਟਸ ਦੇ ਵਿੱਚ ਵੀ ਪਾਇਆ ਜਾਂਦਾ। ਹੈਲਥ ਕੈਨੇਡਾ ਕਹਿੰਦੀ ਆ ਵੀ 20 ਮਿਲੀਗ੍ਰਾਮ ਪਰ ML ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ, ਲੇਕਿਨ ਅਗਰ ਜਦੋਂ ਆਪਾਂ ਸਰਵੇਖਣ ਕਰਦੇ ਹਾਂ ਤਾਂ ਇਹਦੀ ਮਾਤਰਾ ਅਲੱਗ-ਅਲੱਗ ਕੰਟੈਂਟਸ ਪਾਈ ਜਾਂਦੀ ਹੈ ਨਾ। ਦੂਜੀ ਗੱਲ ਵੀ ਹੁਣ 19 ਸਾਲ ਤੋਂ ਉੱਤੇ ਜਿਹੜਾ ਲਾਇਸੈਂਸਡ ਆ, ਅਤੇ ਕਿਉਂ 40% ਬੱਚੇ ਇਹਨੂੰ ਟਰਾਈ ਕਰ ਚੁੱਕੇ ਆ ਜਿਹੜੇ 19 ਸਾਲ ਤੋਂ ਥੱਲੇ ਆ ਨਾ। ਸੋ ਕਿਤੇ ਨਾ ਕਿਤੇ ਰੈਗੂਲੇਟਰੀ ਬੋਡੀਜ਼ ਜਿਹੜੀ ਹੈਗੀ ਉਹਨੂੰ ਰੈਗੂਲੇਟ ਨਹੀਂ ਕਰ ਪਾ ਰਹੀਆਂ, ਈਜ਼ੀ ਐਕਸੈਸ ਹੈਗਾ। ਦੂਜੀ ਗੱਲ ਹੈਗੀ ਆ ਵੀ ਜਿਹੜੇ ਫਲੇਵਰਡ ਇਹਦੇ ਵਿੱਚ ਚੀਜ਼ਾਂ ਪੈਂਦੀਆਂ, ਜਿੱਦਾਂ ਫਰੂਟ ਦਾ ਫਲੇਵਰ ਪੈ ਗਿਆ, ਮੈਂਥਲ ਪੈ ਗਿਆ, ਕਈ ਹੋਰ ਚੀਜ਼ਾਂ, ਉਹ ਬੱਚੇ ਜਿਹੜੇ ਹੈਗੇ ਸੋਚਦੇ ਵੀ ਅਸੀਂ ਮਤਲਬ ਵੀ ਕੈਂਡੀ ਫਲੇਵਰ, ਫਰੂਟ ਫਲੇਵਰ, ਮੈਂਥਲ ਫਲੇਵਰ, ਮਿੰਟ ਫਲੇਵਰ ਲੈ ਰਹੇ ਹਾਂ ਵੀ ਆਪਾਂ ਮੌਜਾਂ ਕਰਨੇ, ਲੇਕਿਨ ਜਿਹੜਾ ਹੈਗਾ ਉਹਦਾ ਵੀ ਨੁਕਸਾਨ ਹੈਗਾ ਬੋਡੀ ਨੂੰ। ਹੁਣ ਜਿਹੜਾ ਨਿਕੋਟੀਨ ਆ ਉਹਦੇ ਨਾਲ ਇੱਦਾਂ ਹੁੰਦਾ, ਸਮਝੋ ਮੈਂ ਹੁਣ 60 ਸਾਲ ਦਾ ਹੋ ਗਿਆ, ਕਦੀ ਨਹੀਂ ਮੈਂ ਸਿਗਰਟ ਪੀਤੀ, ਹੁਣ ਮੈਂ ਇੱਕ ਸੂਟਾ ਲਾ ਲਵਾਂ ਈ ਸਿਗਰਟ ਦਾ ਜਾਂ ਵੇਪ ਦਾ, ਉਹ 'ਚ ਨਿਕੋਟੀਨ ਹੋਏ, ਮੇਰੇ ਬ੍ਰੇਨ ਦੇ ਵਿੱਚ ਡੋਪਾਮਿਨ ਸੈਕਰੇਟ ਹੋਊਗਾ, ਮੇਰੇ ਬ੍ਰੇਨ 'ਚ ਮਾੜਾ ਜਿਹਾ ਐਂਡੋਰਫਿਨ ਸੈਕਰੇਟ ਹੋਊਗਾ, ਮੈਨੂੰ ਸਰੂਰ ਜਿਹਾ ਆਊਗਾ, ਜਿਹੜਾ ਹੈਪੀਨੈਸ ਹਾਰਮੋਨ, ਹੈਪੀਨੈਸ ਹਾਰਮੋਨ। ਉਹਦੇ ਬਾਅਦ ਉਹ ਨਾ ਰੈਪਿਡਲੀ ਕ੍ਰੈਸ਼ ਹੋਊਗਾ ਅਤੇ ਮੇਰਾ ਜੀ ਕਰੂਗਾ ਮੈਂ 1-2 ਸੂਟੇ ਹੋਰ ਲਾ ਲਵਾਂ, ਤਾਂ ਹੋ ਗਿਆ ਮੈਂ ਐਡਿਕਟਡ। ਇੱਕ ਸੂਟਾ ਲਾਉਣ ਦੇ ਨਾਲ ਹੀ ਬੱਚਾ ਐਡਿਕਟਡ ਹੋ ਸਕਦਾ, ਔਰ 10% ਤਾਂ ਹੁਣ ਰੈਗੂਲਰਲੀ ਯੂਜ਼ ਕਰ ਰਹੇ। ਜਿਹੜਾ ਨਾ ਬੱਚੇ ਦਾ ਜਿਹੜਾ ਬ੍ਰੇਨ ਆ ਪੂਰੀ ਸਾਰਾ ਵਿਕਾਸ ਮਈ 25 ਸਾਲ 'ਚ ਹੁੰਦਾ। ਅਸੀਂ ਕਹਿੰਦੇ ਨਾ ਵੀ ਇਹ ਨਿਆਣਾ ਹੁਣ ਸਿਆਣਾ ਹੋ ਗਿਆ, 25 ਸਾਲ ਇਹਨੂੰ ਅਕਲ ਆ ਗਈ ਆ,
ਸੋ ਹੁਣ ਉਹ ਤਾਂ 40% ਤਾਂ ਬੱਚੇ ਪਹਿਲੋਂ ਟਰਾਈ ਕਰ ਚੁੱਕੇ ਹਾਈ ਸਕੂਲ ਦੇ, 10-15% ਤਾਂ ਆਲਰੇਡੀ ਐਵਰੀਡੇ ਕਰ ਰਿਹਾ। ਸੋ ਇੱਕ ਸਾਡਾ ਇੱਕ ਆਉਣ ਵਾਲਾ ਜਿਹੜਾ ਸਮਾਜ ਆ 20 ਸਾਲ ਬਾਅਦ, ਕਿਉਂਕਿ ਫਿਊਚਰ ਲੀਡਰਸ, ਫਿਊਚਰ ਡਿਸੀਜਨ ਮੇਕਰਸ ਤੇ ਉਹ ਆ, ਉਹਦੇ ਚੋਂ ਕੀ 10-15% ਅਸੀਂ ਨਸ਼ੇੜੀ ਕਰ ਲਵਾਂਗੇ। ਮਸਾ ਅਸੀਂ ਸਿਗਰਟ ਤੋਂ ਉਹਨਾਂ ਨੂੰ ਮੋੜ ਕੇ ਥੱਲੇ ਲਿਆਂਦਾ ਸੀ, ਸਿਗਰਟ ਕੰਜ਼ੰਪਸ਼ਨ ਥੱਲੇ ਚਲੇ ਗਿਆ। ਲੇਕਿਨ ਪੰਗਾ ਇਹ ਆ ਸਿਗਰਟ ਕੰਪਨੀਜ਼ ਨੇ ਹੀ ਇਹ ਇਖਤਿਆਰ ਕੀਤਾ ਈ ਸਿਗਰਟ ਤੇ ਵੇਪ, ਤਾਂ ਕਿ ਉਹਨਾਂ ਦਾ ਸੌਦਾ ਵਿਕਦਾ ਜਾਏ। ਸੋ ਮੇਨ ਜਿਹੜਾ ਇਹਦਾ ਐਡਿਕਟਿਵ ਕੰਪੋਨੈਂਟ ਹੈਗਾ ਉਹ ਹੈਗਾ ਨਿਕੋਟਿਨ। ਔਰ BBC ਤੋਂ ਖਬਰ ਆ ਰਹੀ ਸੀ ਵੀ ਲੰਡਨ 'ਚ ਉਹਨਾਂ ਨੇ 18 ਜਗ੍ਹਾ ਨਾ ਛਾਪੇ ਮਾਰੇ ਤੇ ਉਹਨਾਂ ਨੇ ਵੇਪਸ ਕਨਫਿਸਕੇਟ ਕੀਤੇ ਸਕੂਲਾਂ ਤੋਂ, ਕਾਲਜਸ ਤੋਂ। ਤੁਸੀਂ ਹੈਰਾਨ ਹੋਏਗੇ ਕਿਉਂਕਿ ਇਹਦੇ 'ਚ ਹੀਟਿੰਗ ਐਲੀਮੈਂਟ ਹੁੰਦਾ, ਜਿਹਦੇ ਕਰਕੇ ਹੀਟ ਬਣ ਕੇ ਨਾ ਵੇਪਰ ਬਣਦੇ, ਜਿਹੜਾ ਲਿਕੁਇਡ ਹੈ ਥੋੜ੍ਹਾ ਵੇਪਰਾਈਜ਼ ਹੁੰਦਾ ਜੀ। ਉਹਦੇ ਐਲੀਮੈਂਟ ਦੇ ਵਿੱਚ ਜਿਹੜਾ ਸ਼ੀਸ਼ਾ ਆ ਜਾਂ ਲੈਡ ਆ ਉਹਦੀ ਮਾਤਰਾ 2 ਟਾਈਮਸ ਜ਼ਿਆਦਾ ਸੀ। ਹੁਣ ਦੇਖੋ ਪੈਟਰੋਲ ਅਸੀਂ ਅਨਲੈਡਡ ਪਾਉਂਦੇ ਹਾਂ, ਇੱਕ ਟਾਈਮ ਸੀ ਲੈਡਡ ਵੀ ਹੁੰਦਾ ਸੀ, ਆਪਾਂ ਲੈਡ ਕੱਢਿਆ ਕਿਉਂਕਿ ਲੈਡ ਪੋਇਜ਼ਨਿੰਗ ਜਿਹੜੀ ਹੈਗੀ ਆ ਉਹ ਤੁਹਾਡੇ ਬ੍ਰੇਨ ਨੂੰ ਖਰਾਬ ਕਰਦੀ ਆ, ਤੁਹਾਡੇ ਬੋਨ ਮੈਰੋ ਨੂੰ ਖਰਾਬ ਕਰਦੀ ਆ, ਤੁਹਾਨੂੰ ਬੋਡੀ ਨੂੰ ਪੂਰੀ ਡੈਮੇਜ ਕਰਦੀ ਆ। ਫਿਰ ਕ੍ਰੋਮੀਅਮ ਤੇ ਨਿਕਲ, ਜਿਹੜਾ ਨਿਕਲ ਹੈਗਾ ਉਹ 10 ਗੁਣਾ ਜ਼ਿਆਦਾ ਸੀ, ਕ੍ਰੋਮੀਅਮ 6 ਗੁਣਾ ਜ਼ਿਆਦਾ ਸੀ। ਟੌਕਸਿਕ ਮੈਟਲਸ ਨੇ। ਹਾਂ, ਇਹ ਸਾਡੇ ਬੋਡੀ ਦੇ ਹੈਵੀ ਮੈਟਲਸ ਹੈਗੇ ਜਿਹੜੇ ਬੋਡੀ ਨੂੰ ਡੈਮੇਜ ਕਰ ਸਕਦੇ ਆ ਤੇ ਬਲੱਡ ਕਲੌਟਸ ਨਿੱਕੇ ਬਣਾ ਸਕਦੇ ਆ, ਤਾਂ ਕਿ ਫਿਰ ਤੁਹਾਨੂੰ ਸਟ੍ਰੋਕ, ਹਾਰਟ ਅਟੈਕ ਛੋਟੀ ਉਮਰ 'ਚ ਹੋ ਸਕਦਾ। ਸੋ ਇਹ ਜਿਹੜਾ ਹੈਗਾ ਇਹ ਛੋਟਾ ਮੋਟਾ ਗੱਲ ਨਹੀਂ ਹੈਗੀ। ਤੀਜੀ ਗੱਲ ਜਿਹੜੀ ਹੈਗੀ ਆ ਵੀ ਰੈਗੂਲੇਸ਼ਨ ਬਹੁਤ ਜ਼ਰੂਰੀ ਚਾਹੀਦੀ ਆ। ਇਸ ਲਈ ਆਸਟ੍ਰੇਲੀਆ ਇੱਕ ਵਾਹਿਦ ਕੰਟਰੀ ਆ ਜਿਨ੍ਹਾਂ ਨੇ ਵੇਪਿੰਗ ਬੈਨ ਕੀਤਾ। ਠੀਕ ਹੈ, ਤੁਹਾਨੂੰ ਚਾਹੀਦਾ ਡਾਕਟਰ ਕੋਲ ਜਾਓ, ਗੱਲਬਾਤ ਕਰੋ, ਉਹ ਪ੍ਰਿਸਕ੍ਰਿਪਸ਼ਨ ਲਿਖ ਕੇ ਦੇਊਗਾ, ਫਿਰ ਫਾਰਮਾਸਿਸਟ ਡਿਸਪੈਂਸ ਕਰੂਗਾ ਸਿਰਫ ਨਿਕੋਟਿਨ ਵਾਲਾ, ਉਹ ਵੀ ਕੈਲਕੂਲੇਟਡ ਡੋਜ਼ 'ਚ ਕਿੰਨਾ ਕੁ ਇਹਨਾਂ ਨੂੰ ਚਾਹੀਦਾ। ਫਲੇਵਰਡ ਵਾਲਾ ਤੇ ਉਹਨਾਂ ਨੇ ਚੱਕ ਦਿੱਤਾ। ਹੁਣ ਸਾਡੇ ਕੈਨੇਡਾ 'ਚ 2000 ਮੇਰੇ ਖਿਆਲ ਨਾਲ 18-19 ਤੋਂ ਮੁਹਿੰਮ ਚੱਲ ਰਹੀ ਹੈ ਵੀ ਆਪਾਂ ਵੇਪਿੰਗ ਦੇ ਕੁਛ ਕਰੀਏ, ਲੇਕਿਨ ਕੁਛ ਨੈਸ਼ਨਲ ਇਹਦੇ ਉੱਤੇ ਐਡਵਾਈਜ਼ਰੀ ਨਹੀਂ ਹੈਗੀ। ਸੋ ਸਾਡੀ ਇੱਕ ਬੇਨਤੀ ਤੁਹਾਡੇ ਪ੍ਰੋਗਰਾਮ ਰਾਹੀਂ ਇਹ ਵੀ ਹੈਗੀ ਆ ਵੀ ਇੱਕ ਨੈਸ਼ਨਲ ਇਹਦੇ ਉੱਤੇ ਗਾਈਡਲਾਈਨਸ ਲੈ ਕੇ ਆਏ ਤਾਂ ਕਿ ਇਸ ਨੂੰ ਰੈਗੂਲੇਟ ਕਰੀ। ਹੁਣ ਇਹ ਪ੍ਰੋਵਿੰਸ਼ੀਅਲ ਗਾਈਡਲਾਈਨਸ ਹੀ ਆ, ਕੁਛ ਇੱਕ ਪ੍ਰੋਵਿੰਸ ਨੇ ਜਿਹੜੇ ਫਲੇਵਰਡ ਪ੍ਰੋਡਕਟ ਹੈ ਉਹ ਬੰਦ ਕੀਤੇ ਆ, ਕੁਛ ਇੱਕ ਪ੍ਰੋਵਿੰਸ ਅਜੇ ਵੀ ਅਵੇਲੇਬਲ ਹੈ। ਜਿਹੜਾ ਇਹ ਪੈਚ ਵਰਕ ਹੈ ਨਾ ਜੀ ਰੈਗੂਲੇਸ਼ਨ ਦਾ, ਸਪੈਸ਼ਲੀ ਫॉर ਸਮਥਿੰਗ ਐਸ ਸੀਰੀਅਸ ਐਸ ਦਿਸ, ਕੈਨੇਡਾ ਦੇ ਵਿੱਚ ਆਈ ਥਿੰਕ ਇਹ ਓਵਰਆਲ ਇਹਨੂੰ ਓਵਰਹਾਲ ਕਰਨ ਦੀ ਲੋੜ ਹੈਗੀ ਆ। ਅੱਛਾ, ਇੱਕ ਈਵਨ ਇੱਥੇ ਲੋਕਲ ਪੱਧਰ 'ਤੇ ਵੀ ਜੇ ਵੇਖੀਏ, ਭਾਵੇਂ ਬਾਇਓਲੌਜ ਐਗਜ਼ਿਸਟ ਕਰਦੇ ਨੇ ਸਿਟੀਜ਼ ਦੇ ਵਿੱਚ, ਪਰ ਕੁਝ ਥਾਵਾਂ 'ਤੇ ਜਿੱਥੇ ਵੇਪਿੰਗ ਪ੍ਰੋਡਕਟਸ ਵਿਕਦੇ ਨੇ ਉਹਦੇ 1 ਕਿਲੋਮੀਟਰ ਜਾਂ 1.5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੱਕ ਨਹੀਂ ਮਲਟੀਪਲ ਸਕੂਲਸ ਨੇ। ਸੋ ਸਿਟੀ ਹਾਲਸ ਨੂੰ ਵੀ ਇਸ ਗੱਲ ਨੂੰ ਲੈ ਕੇ ਦੁਬਾਰਾ ਤੋਂ ਰੀਵਿਜ਼ਿਟ ਕਰਨ ਦੀ ਜ਼ਰੂਰਤ ਹੈਗੀ ਆ ਕਿ ਉਹਨਾਂ ਦਾ ਲਾਇਸੈਂਸਿੰਗ ਰਜੀਮ ਹੈ ਕਿ ਉਹਨਾਂ ਬਿਜ਼ਨਸਿਸ ਵਾਸਤੇ ਜਿਹੜੇ ਵੇਪਿੰਗ ਪ੍ਰੋਡਕਟਸ ਵੇਚ ਰਹੇ ਨੇ। ਸੋ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਵੀ ਇਹਦੇ ਵਿੱਚ ਇੱਕ ਆਰਗੂਮੈਂਟ ਕਈਆਂ ਵੱਲੋਂ ਇਹ ਦੇ ਦਿੱਤਾ ਜਾਂਦਾ, ਜਿਵੇਂ ਤੁਸੀਂ ਦੱਸਿਆ ਕਿ ਹੈਲਥ ਕੈਨੇਡਾ ਦੀ ਗਾਈਡਲਾਈਨ ਇਹ ਕਹਿੰਦੀ ਆ ਕਿ 20 ਮਿਲੀਗ੍ਰਾਮ ਤੋਂ ਘੱਟ ਨਿਕੋਟੀਨ ਹੋਵੇ ਤਾਂ ਉਹ ਠੀਕ ਆ, ਪਰ ml ਲੈਸ ਦੈਨ 20 mg ਜੇ ਨਿਕੋਟੀਨ ਆ। ਹੁਣ ਕਈਆਂ ਦਾ ਇਹ ਕਹਿਣਾ ਵੀ ਇਹ ਤੇ ਜੇ ਹਾਈ ਨਿਕੋਟੀਨ ਡੋਜ਼ ਵਾਲਾ ਹੋ ਉਹ ਨੁਕਸਾਨ ਕਰੂ। ਇਹ ਤਾਂ ਹੈਲਥ ਕੈਨੇਡਾ ਵਾਲੇ ਵੀ ਮੰਨਦੇ ਨੇ ਕਿ ਘੱਟ ਕੁਆਂਟਿਟੀ ਦੇ ਵਿੱਚ ਜਿਹੜੀ ਨਿਕੋਟੀਨ ਹੈਗੀ ਆ ਫॉर ਸਮਬਡੀ ਹੂ ਇਜ਼ ਨੈਵਰ ਯੂਜ਼ਡ ਅ ਨਿਕੋਟੀਨ ਪ੍ਰੋਡਕਟ, ਕਿ ਉਹਨਾਂ ਵਾਸਤੇ ਫਿਰ ਉਹ ਨੁਕਸਾਨਦੇਹ ਨਹੀਂ, ਜਾਂ ਫਿਰ ਕੀ ਇਹਨੂੰ ਇੱਦਾਂ ਤਾਂ ਨਹੀਂ ਇੰਟਰਪ੍ਰੇਟ ਕਰਨਾ ਸਹੀ ਹੈ ਜਾਂ ਗਲਤ ਹੈ ਕਿ 20 mg ਤੱਕ ਜੇ ਨਿਕੋਟੀਨ ਹੈ ਫਿਰ ਕੋਈ ਨੁਕਸਾਨ ਨਹੀਂ? ਕਿਉਂਕਿ ਆਈ ਥਿੰਕ ਲੋਕੀ ਇਹਨੂੰ ਇੰਟਰਪ੍ਰੇਟ ਐਂ ਕਰ ਲੈਂਦੇ ਨੇ। ਨਹੀਂ, ਗਲਤ ਹੈ। 1 ਮਿਲੀਗ੍ਰਾਮ ਵੀ ਨੁਕਸਾਨ ਹੈ। ਦੇਖੋ, ਜਿਹੜੀ ਸਿਗਰਟ ਹੈਗੀ ਆ ਉਹ 'ਚ ਇੱਕ ਸਿਗਰਟ 'ਚ 20 ਤੋਂ 40 ਮਿਲੀਗ੍ਰਾਮ ਨਿਕੋਟੀਨ ਹੁੰਦਾ। ਫਿਰ ਜਦੋਂ ਉਹਨਾਂ ਦੇ ਉੱਤੇ ਉਹਨਾਂ ਨੇ ਸਕੰਜਾ ਕੱਸਿਆ, ਉਹਨਾਂ ਨੇ 8 ਮਿਲੀਗ੍ਰਾਮ ਵਾਲੀ ਨਿਕੋਟਿਨ ਵਾਲੀ ਸਿਗਰਟ ਵੀ ਬਣਾਤੀ। ਉਹ ਵੀ ਅਡਿਕਟਿਵ ਆ। ਨਿਕੋਟਿਨ ਤਾਂ ਅਡਿਕਟਿਵ ਆ। ਹੁਣ ਤੁਸੀਂ ਸ਼ਰਾਬ ਆ, ਉਹਦਾ ਇੱਕ ਚਮਚ ਪੀਤਾ ਜਾਂ ਇੱਕ ਗਲਾਸ ਪੀਤਾ, ਸ਼ਰਾਬ ਤੇ ਸ਼ਰਾਬ ਵੀ। ਸੋ ਇਹ ਅਡਿਕਟਿਵ ਆ। ਜਿੱਦਾਂ ਮੈਂ ਕਹਿਣਾ, ਉਹ ਰੈਪਿਡਲੀ ਤੁਹਾਡਾ ਡੋਪਾਮਾਈਨ ਤੇ ਐਂਡੋਰਫਿਨ ਸੈਕਰੇਟ ਕਰਦੀ, ਫਿਰ ਤੁਹਾਨੂੰ ਜੀ ਕਰਦਾ ਮੈਂ ਦੁਬਾਰਾ ਉਹੀ ਚੀਜ਼ ਲਵਾਂ। ਔਰ ਵੇਚਣ ਵਾਲਿਆਂ ਦਾ ਇਹੀ ਮਨੋਰਥ ਹੈ ਵੀ ਰੋਜ਼ ਲੈਣ, ਕਿਉਂਕਿ ਉਹਨਾਂ ਨੇ ਪੈਸਾ ਕਮਾਉਣਾ, ਮੋਟੀ ਕਮਾਈ ਹੋਣੀ ਹੈ ਨਾ। ਸੋ ਇਹ ਮੇਨ ਪ੍ਰੋਬਲਮ ਹੈਗਾ ਐਡਿਕਸ਼ਨ। ਔਰ ਇਹਦੇ ਵਿੱਚ ਬੱਚੇ ਦੇਖੋ, ਅਗਰ 20% ਕਹਿ ਰਹੇ ਵੀ ਉਹਨਾਂ ਨੂੰ ਸਟਰੈਸ ਹੈਗਾ, ਕੁਛ ਪ੍ਰੋਬਲਮ ਹੈਗੀ ਹੈ, ਤਾਂ ਉਹਨਾਂ ਨੂੰ ਕਾਉਂਸਲਿੰਗ ਦੀ ਲੋੜ ਆ, ਸਟਰੈਸ ਨੂੰ ਹੈਲਦੀ ਵੇ ਡੀਲ ਕਰਨ ਦੀ ਲੋੜ ਆ, ਸਪਿਰਿਚੁਅਲਿਟੀ ਦੀ ਲੋੜ ਆ, ਮੈਡੀਟੇਸ਼ਨ ਦੀ ਲੋੜ ਆ। ਮੈਂ ਹਮੇਸ਼ਾ ਕਹਿੰਦਾ ਮੈਡੀਟੇਸ਼ਨ ਕਰੋ, ਡੂ ਮੈਡੀਟੇਸ਼ਨ ਔਰ ਐਲਸ ਯੂ ਵਿਲ ਐਂਡ ਅਪ ਔਨ ਮੈਡੀਕੇਸ਼ਨ। ਸੋ ਸਾਡੇ ਜਿਹੜੇ ਹਿੰਦੁਸਤਾਨ ਦੇ ਜਿਹੜੇ ਹੈਗੇ, ਭਾਵੇਂ ਹਿੰਦੂਇਜ਼ਮ ਦੇ ਆ, ਜੈਨਿਜ਼ਮ ਦੇ, ਬੁੱਧਿਜ਼ਮ ਦੇ, ਸਿੱਖਿਜ਼ਮ ਦੇ, ਈਵਨ ਜਿਹੜਾ ਸੂਫੀਜ਼ਮ ਦੇ ਵਿੱਚ, ਉਹ ਇਬਾਦਤ ਦੇ ਉੱਤੇ ਬਿਲੀਵ ਕਰਦੇ ਆ। ਬਿਲਕੁਲ। ਸੋ ਇਬਾਦਤ ਕਰਨਾ ਗੱਲ ਬਣਦੀ, ਕਿਸੇ ਦੀ ਕੱਲ੍ਹ ਬਣਦੀ, ਕਿਸੇ ਦੀ ਅੱਜ ਬਣਦੀ ਹੈ। ਇਬਾਦਤ ਕਰ, ਸੋ ਸਿਮਰਨ ਕਰ, ਮੈਡੀਟੇਸ਼ਨ। ਤੁਸੀਂ ਦੇਖੋ, ਅਸੀਂ ਮਾਲਾ ਹੈਗੀ ਆ, ਜਪ ਮਾਲਾ ਕਹਿ ਲਓ, ਰੋਜ਼ਰੀ ਕਹਿ ਲਓ, ਤਸਬੀਹ ਕਹਿ ਲਓ, ਉਹੀ ਸੀ ਵੀ ਮਾਇੰਡ ਨੂੰ ਸ਼ਾਂਤ ਰੱਖਣਾ। ਇਹ ਸਾਰਾ ਮਾਇੰਡ ਦਾ ਭਟਕੇਵਾਂ ਜਿਹੜਾ ਹੈਗਾ, ਕਿਉਂਕਿ ਉਹ ਟੀਨੇਜਰ ਈਅਰਸ ਹੀ ਆ ਗਏ, ਹੋਰ ਉਦੋਂ ਭਟਕਦੇ ਆ, ਕਿਉਂਕਿ ਉਦੋਂ ਹਾਰਮੋਨ ਜਿਹੜੇ ਹੈਗੇ ਆ
ਉਹਨਾਂ ਦੀ ਇੰਟੈਲੀਜੈਂਸ ਨੂੰ ਹਾਈਜੈਕ ਕਰ ਲੈਂਦੇ। ਮਾਲਾ ਦੇ ਮਣਕੇ ਫਿਰਨ ਵਾਲਾ ਐਕਸ਼ਨ ਹੁਣ ਉਹ ਜਿਹੜਾ ਫੋਨ ਤੇ ਸਕਰੋਲ ਕਰਦੇ ਆ ਉਹਨੇ ਟੇਕ ਓਵਰ ਕਰ ਲਿਆ, ਉਹ ਮਾੜੀ ਗੱਲ ਆ। ਫੋਨ ਦਾ ਐਕਸ਼ਨ ਹੋਈ ਆ ਪਰ ਅਸਰ ਬਹੁਤ ਵੱਖਰਾ ਫੋਨ ਦਾ। ਤੇ ਮੈਂ ਦੇਖ ਲਓ ਪੁੱਠਾ ਕਰਕੇ ਰੱਖਦਾ ਹੁੰਦਾ ਜਦੋਂ ਵੀ ਮੈਂ ਸਟੂਡੀਓ ਤੇ। ਫੋਨ ਜਿਹੜਾ ਹੈਗਾ ਹੁਣ ਬਹੁਤ ਇਹਦਾ ਬੈਨੀਫਿਟ ਵੀ ਹੈਗਾ, ਲੇਕਿਨ ਘੱਟ ਤੋਂ ਘੱਟ ਇਸਤੇਮਾਲ ਕੀਤਾ ਜਾਏ। ਹਿਊਮਨ ਟੂ ਹਿਊਮਨ ਇੰਟਰੈਕਸ਼ਨ ਬਹੁਤ ਇੰਪੋਰਟੈਂਟ ਹੈਗਾ। ਡਾਕਟਰ ਵਿਵੇਕ ਮੂਰਤੀ ਨੇ ਮਹੀਨਾ ਕੁ ਪਹਿਲਾਂ ਦੱਸਿਆ ਸੀ, US ਸਰਜਨ ਜਨਰਲ, ਹਾਂਜੀ, ਵੀ 50% ਨਾਰਥ ਅਮਰੀਕਨ ਤਾਂ ਵਿਚਾਰੇ ਆਈਸੋਲੇਸ਼ਨ ਤੇ ਤੁਰੇ ਫਿਰਦੇ ਹੈ ਨਾ। ਮੇਨ ਰੀਜ਼ਨ ਇਹੀ ਆ ਵੀ ਜਦੋਂ ਦੀ ਟੈਕਨੋਲੋਜੀ ਆਈ ਆ, ਘਰ ਨਿਊਕਲੀਅਰ ਹੋ ਗਏ, ਬਸਤੀਆਂ ਜਿਹੜੀਆਂ 60 ਸਾਲ ਪਹਿਲਾਂ ਇਕੱਠੀਆਂ ਹੁੰਦੀਆਂ ਸੀ ਉਹ ਨਿਊਕਲੀਅਰ ਹੋ ਗਈਆਂ। ਲੋਕੀ ਜਿਹੜੇ ਹੈਗੇ ਇੱਕ ਦੂਜੇ ਨਾਲ ਫਿਜ਼ੀਕਲੀ ਨਹੀਂ ਮਿਲਦੇ। ਜਦੋਂ ਆਪਾਂ ਫਿਜ਼ੀਕਲੀ ਮਿਲਦੇ, ਅੱਖਾਂ ਦੇ ਨਾਲ ਮੇਲ ਹੁੰਦਾ, ਬੋਡੀ ਨਾਲ ਟੱਚ, ਜਿੱਦਾਂ ਮੈਂ ਆਇਆ ਤੁਸੀਂ ਮੈਨੂੰ ਜੱਫੀ ਵੀ ਪਾਈ, ਥੀਸ ਆਰ ਆਲ ਹੈਲਦੀ ਥਿੰਗਸ, ਇਹਦਾ ਕੋਈ ਨੁਕਸਾਨ ਨਹੀਂ ਹੈਗਾ। ਡਾਕਟਰ ਸਾਹਿਬ ਇੰਨੇ ਜਿਹੜਾ ਹੈਗਾ ਕੋਈ ਸਾਨੂੰ ਹਾਰਮੋਨ ਸੈਕਰੇਟ ਨਹੀਂ ਕਰਨਾ ਜਿਹੜਾ ਗੁੱਡ ਆ। ਡਾਕਟਰ ਸਾਹਿਬ ਹਾਲੇ ਤੇ ਜਿਹੜੀ ਟੈਕਨੋਲੋਜੀ ਜਿੱਥੇ ਨੂੰ ਜਾ ਰਹੀ ਉਹ ਐਪਲ ਵਾਲਿਆਂ ਨੇ ਜਿਹੜਾ ਉਹ ਵਿਜ਼ਨ ਪ੍ਰੋ ਕੱਢਿਆ, ਹਾਂਜੀ ਮੈਂ ਦੇਖਿਆ ਸੀ, ਉਹ ਤਾਂ ਹੋਰ ਤੁਹਾਨੂੰ ਆਈਸੋਲੇਟ ਕਰਕੇ, ਉਹ ਤਾਂ ਹੋਰ ਆਈਸੋਲੇਟ ਕਰ ਦੇਗਾ। ਹਰ ਵਿਅਕਤੀ ਇਕੱਲਾ ਲੈਦਾ ਆਪਣੀ ਅੱਖਾਂ ਤੇ ਗੋਗਲ ਲਾ ਕੇ ਜੇ ਬਹਿ ਗਿਆ ਤੁਸੀਂ, ਫੇਰ ਉਹ ਹੋਰ ਜ਼ਿਆਦਾ ਇਕੱਲਤਾ ਹੋ ਜਾਣੀ ਆ। ਉਹ ਤਾਂ ਫਿਰ ਦੇਖੂਗਾ ਵੀ ਮੈਨੂੰ ਤਾਂ ਥੀਏਟਰ ਫੀਲਿੰਗ ਇੱਥੇ ਆ ਰਹੀ ਹੈ ਨਾ, ਤੇ ਉਹ ਟੁੱਟਦਾ ਜਾਏਗਾ। ਸਹੀ। ਲੇਕਿਨ 8 ਬਿਲੀਅਨ ਅਸੀਂ ਇਨਸਾਨ ਹਾਂ, ਅਸੀਂ ਸੋਸ਼ਲ ਐਨੀਮਲ ਆ। ਸਾਡਾ ਅਗਰ ਪੁਰਾਤਨ ਇਤਿਹਾਸ 4 ਮਿਲੀਅਨ ਸਾਲ ਤੋਂ ਦੇਖੀਏ ਤੇ ਅਸੀਂ ਹਮੇਸ਼ਾ ਇੱਕ ਦੂਜੇ ਨਾਲ ਬਸਤੀਆਂ 'ਚ ਰਹੇ ਆ, ਕੰਗਰੇਗੇਸ਼ਨ 'ਚ ਰਹੇ ਆ, ਕਬੀਲਿਆਂ 'ਚ ਰਹੇ ਆ। ਨਾਲ ਹੀ ਇੱਕ ਇਹ ਜ਼ਰੂਰ ਦੱਸਿਓ, ਬਹੁਤ ਸਾਰੇ ਪੇਰੈਂਟਸ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਬਣ ਜਾਂਦਾ ਕਿ ਜਦੋਂ ਵੀ ਬੱਚੇ ਨਾਲ ਇਸ ਬਾਰੇ ਗੱਲ ਕਿਵੇਂ ਕਰੀਏ। ਜੀ ਘਰ ਦੇ ਵਿੱਚ ਕਨਵਰਸੇਸ਼ਨ ਕਿਵੇਂ ਸਟਾਰਟ ਕੀਤੀ ਜਾਵੇ ਬੱਚੇ ਨੂੰ ਇਸ ਗੱਲ ਬਾਰੇ ਅਵੇਅਰ ਕਰਨ ਲਈ, ਤਾਂ ਕਿ ਉਹਨੂੰ ਇਹ ਵੀ ਨਾ ਲੱਗੇ ਵੀ ਕੀ ਤੁਸੀਂ ਮੇਰੇ ਤੇ ਸ਼ੱਕ ਕਰ ਰਹੇ ਹੋ, ਮੈਂ ਤਾਂ ਅਜਿਹਾ ਕਰਦਾ ਨਹੀਂ। ਕਿਉਂਕਿ ਸਾਈਕੋਲੋਜੀਕਲੀ ਇਹ ਗੱਲਾਂ ਵੀ ਪ੍ਰੂਵ ਹੋਈਆਂ ਨੇ ਕਿ ਜੇ ਮਾਪੇ ਆਪਣੇ ਉਸ ਬੱਚੇ ਤੇ ਸ਼ੱਕ ਕਰਨ ਜਿਹੜਾ ਕਿ ਗਲਤ ਕੰਮ ਨਹੀਂ ਕਰ ਰਿਹਾ, ਬੱਚਾ ਕਈ ਵਾਰੀ ਇਸੇ ਕਰਕੇ ਗਲਤ ਕੰਮ ਕਰਨ ਲੱਗ ਜਾਂਦਾ ਵੀ ਸ਼ੱਕ ਤਾਂ ਇਹਨੇ ਮੇਰੇ ਤੇ ਵੈਸੇ ਵੀ ਕਰਨਾ ਹੀ ਆ। ਸੋ ਉਹਦੇ ਬਾਰੇ ਗੱਲ ਕਰਦੇ ਹਾਂ, ਛੋਟੀ ਜਿਹੀ ਬ੍ਰੇਕ ਲੈ ਲਈਏ ਇੱਕ ਪਹਿਲਾਂ। ਬਿਲਕੁਲ ਜੀ, ਜ਼ਰੂਰ, ਥੈਂਕ ਯੂ। ਇਸ ਵੇਲੇ ਡਾਕਟਰ ਪ੍ਰਗਟ ਸਿੰਘ ਪੁਰ ਜੀ ਸਟੂਡੀਓ ਦੇ ਵਿੱਚ ਸਾਡੇ ਨਾਲ ਨੇ। ਵੇਪਿੰਗ ਸੰਬੰਧੀ ਗੱਲਬਾਤ ਕਿ ਵੇਪਿੰਗ ਦੇ ਕਿਵੇਂ ਨੁਕਸਾਨ ਹੋਇਆ ਕਰਦੇ ਨੇ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਨਿਕੋਟੀਨ ਤਾਂ ਭਾਵੇਂ ਥੋੜ੍ਹੀ ਜਿਹੀ ਵੀ ਹੋਵੇ, 1 ਮਿਲੀਗ੍ਰਾਮ ਵੀ ਹੋਵੇ, ਉਹ ਵੀ ਨੁਕਸਾਨਦੇਹ ਹੁੰਦੀ ਆ। ਹੈਲਥ ਕੈਨੇਡਾ ਦੀ ਗਾਈਡਲਾਈਨ ਇਹ ਕਹਿੰਦੀ ਹੈ ਵੀ 20 ਮਿਲੀਗ੍ਰਾਮ ਤੋਂ ਘੱਟ ਹੋਵੇ ਵੇਪ ਪ੍ਰੋਡਕਟ ਦੇ ਵਿੱਚ। ਪਰ ਇਹ ਨਾ ਭੁੱਲੀਏ, ਜਿਵੇਂ ਡਾਕਟਰ ਸਾਹਿਬ ਨੇ ਦੱਸਿਆ, ਇਹ ਪ੍ਰੋਡਕਟ ਡਿਜ਼ਾਈਨ ਕੀਤੇ ਗਏ ਸੀ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਸਿਗਰਟ ਛੱਡਣੀ ਆ। ਸੋ ਇਸਤੇਮਾਲ ਉਹ ਲੋਕ ਕਰਨ ਲੱਗ ਗਏ ਜਿਹੜੇ ਕਿ ਸਿਗਰਟ ਜਿਨ੍ਹਾਂ ਨੇ ਕਦੇ ਪੀਤੀ ਨਹੀਂ ਸੀ ਪਰ ਵੇਪਿੰਗ ਕਰਨ ਲੱਗ ਗਏ। ਹੁਣ ਤੁਸੀਂ ਇਹਦਾ ਐਗਜ਼ਾਮਪਲ, ਮੇਰੇ ਦਿਮਾਗ 'ਚ ਇਹ ਗੱਲ ਆਉਂਦੀ ਆ, ਜਿਹੜੀ ਵਾਕਿੰਗ ਸਟਿਕ ਆ, ਖੂੰਡੀ ਆ, ਉਹ ਉਹਨਾਂ ਲੋਕਾਂ ਵਾਸਤੇ ਬਣੀ ਆ ਜਿਨ੍ਹਾਂ ਨੂੰ ਵਾਕਿੰਗ ਕਰਨ ਸਮੇਂ ਤੁਰਨ ਵੇਲੇ ਸਹਾਰੇ ਦੀ ਜ਼ਰੂਰਤ ਹੈ। ਜਿਹੜੀਆਂ ਫੌੜੀਆਂ ਨੇ ਉਹਨਾਂ ਲੋਕਾਂ ਵਾਸਤੇ ਬਣੀਆਂ ਨੇ ਜਿਨ੍ਹਾਂ ਨੂੰ ਤੁਰਨ ਵੇਲੇ ਸਹਾਰੇ ਦੀ ਜ਼ਰੂਰਤ ਆ। ਜਿਹੜਾ ਚੰਗਾ ਭਲਾ ਠੀਕ ਠਾਕ ਤੁਰ ਸਕਦਾ ਉਹ ਤੇ ਫੌੜੀਆਂ ਦੀ ਜਾਂ ਫਿਰ ਉਸ ਸਟਿਕ ਦੀ ਵਰਤੋਂ ਨਹੀਂ ਨਾ ਕਰਦਾ। ਕਿਉਂ ਡਾਕਟਰ ਸਾਹਿਬ? ਬਿਲਕੁਲ ਸਹੀ ਗੱਲ ਆ ਵੀ ਜੋ ਚੀਜ਼ ਬਣੀ ਆ, ਅਗਰ ਉਹਦੇ ਗੋਡੇ ਠੀਕ ਨਹੀਂ ਹੈਗੇ, ਉਹਦੀ ਮੋਬਿਲਿਟੀ ਇਸ਼ੂ ਆ, ਤੇ ਉਹ ਸੋਟੀ ਖੁੰਡੀ ਦੇ ਨਾਲ ਤੁਰ ਲਵੇ। ਹੁਣ ਇੱਕ 18 ਸਾਲ ਦਾ 16 ਸਾਲ ਦਾ ਬੱਚਾ ਖੁੰਡੀ ਲੈ ਕੇ ਤੁਰਿਆ ਫਿਰੇ ਜਿਹੜਾ ਦੌੜ ਸਕਦਾ, ਸੌਕਰ ਖੇਡਦਾ, ਤਾਂ ਉਹ ਤਾਂ ਫਿਰ ਮਤਲਬ ਮੇਲ ਨਹੀਂ ਖਾਂਦਾ ਨਾ। ਸੋ ਇਹ ਜਿਹੜਾ ਹੈਗਾ ਨਾ, ਚਾਅ 'ਚ ਵੀ ਨਾ ਕਈ ਲੱਗ ਹੁੰਦੇ ਮੇਰੇ ਵਰਗੇ, ਉਹ ਕਹਿੰਦੇ ਵੀ ਮੇਰਾ ਫਰੈਂਡ ਕਰ ਰਿਹਾ, ਚੱਲ ਮੈਂ ਵੀ ਕਰ ਲਵਾਂ। ਅਗਰ ਉਹ 'ਚ ਨਿਕੋਟੀਨ ਆ, ਫਿਰ ਉਹ ਤਾਂ ਗਿਆ ਹੁਣ ਐਡਿਕਟਡ, ਕਿਉਂਕਿ ਉਹਨੂੰ ਥੋੜ੍ਹਾ ਜਿਹਾ ਹਾਈ ਮਿਲਿਆ ਉਦੋਂ ਹਾਰਮੋਨ ਸਰਜ ਦਾ, ਉਦੋਂ ਫਿਰ ਉਹਨੇ ਫਿਰ ਦੁਬਾਰਾ ਕਰਨਾ, ਚੱਲ ਵੀ ਆਪਾਂ ਦੋਵੇਂ ਰਲ ਮਿਲ ਕੇ ਨਾ ਇਕੱਠਾ ਬਾਏ ਕਰ ਲੈਂਦੇ। ਇਹ ਕੀ ਕਰਦੇ ਆ, ਜਿਹੜੇ ਵੱਡੇ ਫਰੈਂਡ ਆ ਨਾ ਉਹਨਾਂ ਨੂੰ ਭੇਜ ਦਿੰਦੇ ਸ਼ਾਪ 'ਚ, ਤੇ ਉਹ ਜਾ ਕੇ ਬਾਏ ਕਰ ਲੈਂਦਾ, ਆਪਣਾ ID ਕਾਰਡ ਦੇ ਦਿੰਦਾ। ਕਈ ਸ਼ਾਪ ਵਾਲੇ ਵੀ ਜਿਹੜੇ ਹੈਗੇ ਉਹਨਾਂ ਨੇ ਸੌਦਾ ਵੇਚਣਾ ਹੁੰਦਾ, ਉਹ ਵੀ ਦੇਖਦੇ ਵੀ ਕੋਈ ਦੇਖ ਨਹੀਂ ਰਿਹਾ, ਚੱਲ ਲੈ ਲਾ ਤੂੰ ਵੀ, ਹੈ ਨਾ। ਸੋ ਇਹ ਬਹੁਤ ਕੁਛ ਇਹਦੇ ਵਿੱਚ ਗੱਲ ਤਾਂ ਹੈਗੀ ਆ ਮਾਈਟੀ ਡਾਲਰ ਦੀ। ਹਰ ਇੱਕ ਬੰਦਾ ਪੈਸੇ ਕਮਾ ਰਿਹਾ, ਬੱਚੇ ਸਾਡੇ ਸਫਰ ਕਰ ਰਹੇ। ਰੈਗੂਲੇਟਰੀ ਪੱਧਰ ਤੇ ਐਨਫੋਰਸਮੈਂਟ ਦੇ ਪੱਧਰ ਤੇ ਆਈ ਥਿੰਕ ਚੈਲੰਜਿਸ ਉੱਥੇ ਨੇ। ਡਾਕਟਰ ਸਾਹਿਬ ਬ੍ਰੇਕ ਲਈ ਡਾਕਟਰ ਸਾਹਿਬ, ਵੇਪਿੰਗ ਕਿਵੇਂ ਐਡਿਕਟ ਬਣਾ ਦਿੰਦੀ ਹੈ, ਨਿਕੋਟੀਨ ਦੀ ਥੋੜ੍ਹੀ ਜਿਹੀ ਮਾਤਰਾ ਵੀ ਕਿਵੇਂ ਬੰਦੇ ਨੂੰ ਆਦੀ ਬਣਾ ਦਿੰਦੀ ਹੈ, ਉਹਦੇ ਬਾਰੇ ਤੁਸੀਂ ਸਾਰੀ ਗੱਲ ਐਕਸਪਲੇਨ ਕੀਤੀ ਹੈ ਜੀ। ਬਹੁਤ ਸਾਰੇ ਪੇਰੈਂਟਸ ਨੂੰ ਜਿਵੇਂ ਪਤਾ ਕਿ ਆਪਣੇ ਬੱਚਿਆਂ ਨਾਲ ਇਹ ਗੱਲ ਕਰਨੀ ਜ਼ਰੂਰੀ ਹੈ, ਉਹਨਾਂ ਨੂੰ ਇਸ ਬਾਰੇ ਅਵੇਅਰ ਕਰੀਏ, ਪਰ ਸਮਝ ਇਹ ਨਹੀਂ ਆਉਂਦੀ ਵੀ ਅਵੇਅਰ ਕਰੀਏ ਤੇ ਕਰੀਏ ਕਿਵੇਂ, ਕਨਵਰਸੇਸ਼ਨ ਸ਼ੁਰੂ ਕਿਵੇਂ ਕੀਤੀ ਜਾਵੇ, ਉਹਦੇ ਬਾਰੇ ਕੀ ਤੁਸੀਂ ਸੁਝਾਅ ਦੇ ਸਕਦੇ ਹੋ? ਦੇਖੋ, ਜਿਹੜਾ ਨਾ ਬੱਚੇ ਦੇ ਨਾਲ ਤੁਹਾਡਾ ਕਮਿਊਨੀਕੇਸ਼ਨ ਜਿਹੜਾ ਹੈਗਾ ਉਹ ਵੱਖ-ਵੱਖ ਪੱਧਰ 'ਤੇ ਚੱਲਦਾ ਜੀ। ਜਿਵੇਂ ਇਹਦੀ ਫਾਊਂਡੇਸ਼ਨ ਤਾਂ ਪਹਿਲੇ 5 ਸਾਲ 'ਚ ਰੱਖੀ ਜਾਂਦੀ ਹੈ ਵੀ ਬੱਚਾ ਤਾਂ ਹੀ ਤੁਹਾਡੇ ਨਾਲ ਕਮਿਊਨੀਕੇਟ ਕਰੂਗਾ। ਸੋ ਸਪੈਂਡ ਕਰਨਾ ਪੈਣਾ ਟਾਈਮ ਉਹਨਾਂ ਦੇ ਨਾਲ, ਫੈਮਿਲੀ ਟਾਈਮ ਹੋਵੇ, ਤੁਹਾਡੇ ਰਿਸ਼ਤੇਦਾਰਾਂ ਦੇ ਨਾਲ ਹੋਵੇ, ਦੋਸਤ ਮਿੱਤਰਾਂ ਦੇ ਨਾਲ ਹੋਵੇ ਜੀ। ਜਦ ਇੱਕ ਦੇਖੋ, ਕਿਸੇ ਨੂੰ ਆਪਾਂ ਨਿੰਦਦੇ ਨਹੀਂ ਆ, ਇੱਕ ਰੋਟਨ ਐਪਲ ਦੂਜਿਆਂ ਨੂੰ ਵੀ ਖਰਾਬ ਕਰ, ਤਾਂ ਤੁਹਾਡੀ ਸੰਗਤ ਜਿਹੜੀ ਹੈਗੀ ਆ ਉਹ ਵਧੀਆ ਹੋਣੀ ਚਾਹੀਦੀ ਹੈ ਨਾ। ਸੋ ਇਹਦੀ ਸੰਗਤ ਦੀ ਮਹਾਨਤਾ ਤਾਂ ਸਪਿਰਿਚੁਅਲਿਜ਼ਮ ਦੇ ਵਿੱਚ ਸਭ ਤੋਂ ਉੱਤਮ ਹੈਗੀ ਆ। ਦੂਜੀ ਗੱਲ ਹੈਗੀ ਆ ਵੀ ਹਾਈ ਸਕੂਲਸ ਦੇ ਵਿੱਚ ਹੁਣ 29% ਨੇ ਕਨਫੈਸ ਕੀਤਾ ਵੀ ਅਸੀਂ ਕਦੀ ਨਾ ਕਦੀ ਵੇਪ ਕੀਤਾ, ਲੇਕਿਨ 71% ਨੇ ਨਹੀਂ ਕੀਤਾ। ਸੋ ਇਹ ਵੀ ਤਾਂ ਸਾਨੂੰ ਦੇਖਣਾ ਚਾਹੀਦਾ ਨਾ ਦੂਜਾ ਪਾਸਾ ਵੀ। ਹੁਣ ਗਲਾਸ ਜਿਹੜਾ ਹੈਗਾ ਉਹ ਅਗਰ ਆਪਾਂ ਕਹਿੰਦੇ ਆ ਵੀ ਇੱਦਾਂ ਭਰਿਆ ਠੀਕ ਆ, ਬਿਲਕੁਲ ਥੋੜ੍ਹਾ ਖਾਲੀ ਆ, ਲੇਕਿਨ ਉਹਦੇ ਵਿੱਚ ਸਬਸਟੈਂਸ ਤਾਂ ਹੈਗਾ। ਤੀਜੀ ਗੱਲ ਹੈਗੀ ਆ ਵੀ ਵਨਸ ਇਨ ਅ ਵਾਈਲ ਕਿਸੇ ਨੇ ਵੇਪ ਕੀਤਾ, ਖਾਲੀ 10% ਹੈ ਜਿਹੜੇ ਆਦੀ ਆ,
ਸੋ ਹੁਣ ਆਪਾਂ ਉੱਕਾ ਪੁੱਕਾ 30 ਤੋਂ 10 ਤੇ ਆਈਏ ਤੇ 20% ਛੱਡ ਵੀ ਗਏ। ਸੋ ਉਹਨਾਂ ਨੇ ਕਦੀ ਕਦੀ ਟਰਾਈ ਕਰਕੇ ਫਿਰ ਛੱਡ ਦਿੱਤਾ। ਸੋ ਅਗਰ ਤੁਹਾਡੇ ਬੱਚੇ ਨੇ ਵਨਸ ਇਨ ਅ ਵਾਈਲ ਕੀਤਾ ਹੈ ਤਾਂ ਉਹਨੂੰ ਕੁੱਟੋ ਨਾ, ਮਾਰੋ ਨਾ, ਝਿੜਕੋ ਨਾ, ਤੋੜੋ ਨਾ, ਉਹਨੂੰ ਇਹ ਪੁੱਛੋ, ਉਹਨੂੰ ਇਹ ਵਿਚਾਰੋ ਵੀ ਕਿਉਂ ਕੀਤਾ ਸੀ। ਹੋ ਸਕਦਾ ਉਹਨੇ ਲਾਈਲੱਗ ਹੋ ਕੇ ਮੇਰੇ ਵਾਂਗਰ ਇੱਕ ਸੂਟਾ ਲਾ ਲਿਆ ਹੋਵੇ ਹੈ ਨਾ, ਫਿਰ ਉਹ ਰਿਪੈਂਟ ਕਰਦਾ ਹੋਵੇ ਵੀ ਮੈਨੇ ਗਲਤੀ ਕੀਤੀ ਆ। ਗਲਤੀ ਤੋਂ ਬੱਚਾ ਸਿੱਖ ਜਾਏ ਤਾਂ ਦੁਬਾਰਾ ਉਹ ਗਲਤੀ ਨਹੀਂ ਕਰਦਾ। ਸੋ ਉਹਨੂੰ ਕਾਉਂਸਲਿੰਗ ਦੀ ਲੋੜ ਹੁੰਦੀ ਆ, ਉਹਨੂੰ ਉਦੋਂ ਸਹਾਰੇ ਦੀ ਲੋੜ ਹੁੰਦੀ ਆ। ਔਰ ਜਿਹੜੇ ਵਾਕਈ ਹੁਣ ਐਡਿਕਟਿਡ ਹੋ ਗਏ ਆ ਉਹਨਾਂ ਦੇ ਲਈ ਤਾਂ ਫਿਰ ਲੌਂਗ ਟਰਮ ਕਾਉਂਸਲਿੰਗ ਦੀ ਲੋੜ ਆ। ਉਹਨਾਂ ਦੇ ਲਈ ਜਿਹੜਾ ਨਿਕੋਟੀਨ ਦਾ ਜਿਹੜਾ ਪੈਚ ਆ, ਨਿਕੋਰੇਟ ਗਮ ਆ ਜਾਂ ਹੋਰ ਪ੍ਰੋਗਰਾਮਸ ਆ ਜਿਹਦੇ ਅਧੀਨ ਉਹਨਾਂ ਨੂੰ ਜਾਣਾ ਪੈਣਾ। ਦੂਜੀ ਗੱਲ, ਜਿਹੜਾ ਪੈਰੈਂਟ ਲਵਜ਼ ਹੈਗਾ PARENT, ਇਹਨੂੰ ਮੈਂ ਸਪਲਿਟ ਕਰਦਾ ਹੁੰਦਾ। PA ਤੋਂ ਬਾਅਦ ਮੈਂ Y ਪਾ ਦਿੰਦਾ, ਪੇ ਰੈਂਟ। ਤੁਹਾਨੂੰ ਆਪਣਾ ਇਮੋਸ਼ਨਲ ਸਮੇਂ ਦਾ ਰੈਂਟ ਪਾਉਣਾ ਪੈਣਾ। ਕਿਆ ਬਾਤ ਹੈ। ਸੋ ਇਹਦੇ ਨਾਲ ਲਵਜ਼ ਪੈਰੈਂਟ ਬਣਦਾ। ਦੂਜੀ ਗੱਲ ਦੇਖੋ, ਤੁਸੀਂ ਹੁਣ ਪਟੋਲੋ ਬ੍ਰਿਜ ਆ, ਐਲੈਕਸ ਫਰੇਜ਼ਰ ਆ, ਪੋਰਟਮੈਨ ਆ ਤੇ ਟਨਲ ਹੈ ਨਾ ਵੈਂਕੂਵਰ ਜਾਣ ਨੂੰ, ਤਾਂ ਅਸੀਂ ਮਲਟੀਪਲ ਪਾਥਵੇਜ਼ ਬਣਾ ਸਕਦੇ ਬੱਚੇ ਦੇ ਨਾਲ, ਜਿਹੜੇ ਇੱਕ ਇਨਵਿਜ਼ੀਬਲ ਪਾਥਵੇ ਹੁੰਦੇ ਆ। ਜੀ, ਜਦੋਂ ਹੁਣ ਮੈਂ ਤੇਰੇ ਨਾਲ ਥੋੜੀ ਜੱਫੀ ਪਾ ਕੇ ਬੈਠਾ, ਲੇਕਿਨ ਮੇਰੀ ਕਨੈਕਟੀਵਿਟੀ ਹੈਗੀ ਤੁਹਾਡੇ ਨਾਲ, ਹੈ ਨਾ, ਮੇਰੇ ਸੇ ਪਾਥਵੇ। ਜੀ ਬਿਲਕੁਲ। ਸੋ ਕਈ ਵਾਰ ਇੱਦਾਂ ਹੁੰਦਾ ਐਲੈਕਸ ਫਰੇਜ਼ਰ ਟ੍ਰੈਫਿਕ ਫਸ ਜਾਂਦੀ ਹੈ ਤੇ ਤੁਸੀਂ ਦੂਜਾ ਰੂਟ ਲੈ ਲਓ। ਕਈ ਵਾਰ ਬੱਚਿਆਂ ਦੇ ਨਾਲ ਵੀ ਸਾਡੀ ਗੱਲ ਫਸ ਜਾਂਦੀ ਹੈ, ਅਸੀਂ ਦੂਜਾ ਰੂਟ ਇਖਤਿਆਰ ਕਰ ਸਕਦੇ। ਸੋ ਇਹਦੇ ਲਈ ਤੁਹਾਡੀ ਜਿਹੜੀ ਮੁੱਢਲੇ 5 ਸਾਲ ਦੇ ਨਾ ਬੱਚੇ ਦੇ ਨਾਲ ਟਾਈਮ ਸਪੀਤੇ, ਉਹ ਤੁਹਾਡੀ ਕਨੈਕਟੀਵਿਟੀ ਬਣਾਊਗਾ, ਉਹ ਤੁਹਾਡੀ ਉਹਦੇ ਨਾਲ ਹੈਗਾ। ਓਪਨਲੀ ਬੱਚਿਆਂ ਦੇ ਨਾਲ ਡਰੱਗਸ ਦੀ ਗੱਲ ਕਰਨੀ ਚਾਹੀਦੀ ਆ, ਵੇਪਿੰਗ ਦੀ ਗੱਲ ਕਰਨੀ ਚਾਹੀਦੀ ਆ, ਈਵਨ ਜਿਹੜਾ ਮਤਲਬ ਅਬਿਊਜ਼ ਹੁੰਦਾ, ਮਤਲਬ ਫਿਜ਼ੀਕਲ ਜਾਂ ਸੈਕਸ਼ੂਅਲ, ਸਾਰੀ ਗੱਲਾਂ ਕਰਨੀ ਚਾਹੀਦੀ ਤਾਂ ਕਿ ਬੱਚਿਆਂ ਨੂੰ ਪਤਾ ਹੋਵੇ। ਔਰ ਬੱਚਾ ਅਗਰ ਤੁਹਾਡੇ ਨਾਲ ਬਹਿ ਕੇ ਗੱਲ ਕਰਦਾ ਤਾਂ ਉਹਨੂੰ ਲਿਸਨ ਕਰੋ ਪਿਆਰ ਦੇ ਨਾਲ। ਡੀਪ ਲਿਸਨਿੰਗ ਬੜੀ ਇੰਪੋਰਟੈਂਟ ਹੈ। ਬੱਚਾ ਜੋ ਵੀ ਬੋਲਦਾ, ਮੈਂ ਹਮੇਸ਼ਾ ਕਹਿੰਦਾ ਹੁੰਦਾ ਵਾਕ ਐਂਡ ਟਾਕ ਜ਼ਰੂਰ ਰੱਖੋ ਵੀ ਤੁਸੀਂ ਬੱਚੇ ਦੇ ਨਾਲ ਤੁਰੋ। ਹੁਣ ਦੇਖੋ ਮੌਸਮ ਇੰਨਾ ਸੋਹਣਾ ਹੈਗਾ ਹੈ ਨਾ, ਸਨਸ਼ਾਈਨ ਵੀ ਹੈਗੀ, ਵਿਟਾਮਿਨ D ਵੀ ਮਿਲਣੀ, ਹਵਾ ਵੀ ਸੁੰਦਰ। ਔਰ ਅਗਰ ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ 'ਚ ਨਹੀਂ ਤੁਰੇ ਬਾਹਰ, ਅਸੀਂ ਤਾਂ ਕਿੱਥੇ ਤੁਰਾਂਗੇ ਨਾ। ਇਹਦਾ ਬਿਊਟੀਫੁਲ ਅਤੇ ਬੱਚੇ ਨੂੰ ਬੋਲਣ ਦਿਓ ਵੀ ਉਹਦੇ ਮਨ 'ਚ ਕੀ ਹੈਗਾ, ਔਰ ਉਹਨੂੰ ਤੁਸੀਂ ਸੁਣੋ। ਔਰ ਤੁਸੀਂ ਹੁਣ ਸਿਆਣੇ ਹੋ ਗਏ, ਤੁਹਾਨੂੰ ਪਤਾ ਵੀ ਹੈਗਾ ਵੀ ਇਹਦਾ ਸਹੀ ਸੋਲਿਊਸ਼ਨ ਕੀ ਹੈ। ਸੋਲਿਊਸ਼ਨ ਬਹੁਤ ਮਾਮੂਲੀ ਜਿਹਾ ਹੁੰਦਾ ਕਈ ਵਾਰ। ਸੋ ਇਸ ਲਈ ਸਾਨੂੰ ਉਹਨਾਂ ਦੇ ਲਈ ਓਪਨ ਕਮਿਊਨੀਕੇਸ਼ਨ ਹੋਣਾ ਚਾਹੀਦਾ, ਉਹਨਾਂ ਨੂੰ ਲਿਸਨ ਕਰਨਾ ਚਾਹੀਦਾ। ਅਗਰ ਉਹ ਇਸ ਪਾਸੇ ਤੁਰ ਪਏ ਆ ਅਤੇ ਕਾਉਂਸਲਿੰਗ ਅਤੇ ਦੂਜੇ ਪ੍ਰੋਗਰਾਮਸ ਹੈਗੇ ਜਿਨ੍ਹਾਂ ਨਾਲ ਉਹਨਾਂ ਨੂੰ ਆਪਾਂ ਬਾਹਰ ਲੈ ਕੇ ਆ ਸਕਦੇ ਹਾਂ। ਜੀ ਕੋਈ ਵੱਡੀ ਗੱਲ ਨਹੀਂ ਹੈਗੀ, ਹਰ ਸਿਚੁਏਸ਼ਨ ਦਾ ਸਮਾਧਾਨ ਹੈਗਾ, ਲੇਕਿਨ ਉਹ ਸਿਚੁਏਸ਼ਨ ਜਿਹੜੀ ਹੈਗੀ ਆ ਉਹ ਮਤਲਬ ਸਾਨੂੰ ਪਤਾ ਲੱਗਣੀ ਚਾਹੀਦੀ ਆ। ਮੇਰੇ ਟੀਚਰ ਗਿਆਨੀ ਸੰਤ ਸਿੰਘ ਮਸ਼ੀਨ ਕਹਿੰਦੇ ਵੀ ਹਰ ਪ੍ਰੋਬਲਮ ਦਾ ਸੋਲਿਊਸ਼ਨ ਹੁੰਦਾ। ਜੇ ਇਸ ਪ੍ਰੋਬਲਮ ਦਾ ਸੋਲਿਊਸ਼ਨ ਨਹੀਂ ਹੁੰਦਾ, ਉਹ ਪ੍ਰੋਬਲਮ ਗਲਤ ਹੁੰਦੀ ਆ। ਸੋ ਐਵਰੀ ਪ੍ਰੋਬਲਮ ਹੈਜ਼ ਅ ਸੋਲਿਊਸ਼ਨ। ਸੋ ਸਾਨੂੰ ਪ੍ਰੋਬਲਮ ਆਈਡੈਂਟੀਫਾਈ ਪਹਿਲਾਂ ਕਰਨੀ ਚਾਹੀਦੀ ਆ। ਡਾਕਟਰ ਸਾਹਿਬ, ਕਿਉਂਕਿ ਤੁਸੀਂ ਐਜ਼ ਅ ਪੀਡੀਆਟ੍ਰੀਸ਼ਨ ਬੱਚਿਆਂ ਦੇ ਨਾਲ ਰੈਗੂਲਰਲੀ ਤੁਸੀਂ ਇੰਟਰੈਕਟ ਕਰਦੇ ਹੋ, ਤੁਸੀਂ ਬੱਚਿਆਂ ਦੇ ਵੱਖੋ ਵੱਖਰੇ ਉਹਨਾਂ ਦੇ ਮਾਹੌਲ, ਜਿਹੜਾ ਆਲੇ ਦੁਆਲੇ ਦਾ ਮਾਹੌਲ ਹੈ, ਬੱਚੇ ਦੇ ਉੱਪਰ ਕੀ ਅਸਰ ਪੈਂਦਾ, ਉਹਦੀਆਂ ਮੈਨੀਫੈਸਟੇਸ਼ਨਸ ਤੁਸੀਂ ਇੰਨੀ ਕਲੋਜ਼ਲੀ ਓਬਜ਼ਰਵ ਕਰਦੇ ਹੋ, ਦੇਖਦੇ ਹੋ, ਜਿਹੜੀ ਸ਼ਾਇਦ ਕਿਸੇ ਹੋਰ ਨੂੰ ਉਹ ਇਨਸਾਈਟ ਨਾ ਹੋਵੇ। ਜੀ, ਇਹ ਗੱਲ ਕਹਿਣੀ ਸਹੀ ਹੈ ਜੀ ਵੀ ਜਦੋਂ ਪੇਰੈਂਟਸ ਨੂੰ ਇੰਝ ਲੱਗੇ ਵੀ ਬਾਕੀ ਸਾਰੇ ਆਲੇ ਦੁਆਲੇ ਵਾਲੇ ਕੁਝ ਗੜਬੜ ਕਰਦੇ, ਗਲਤ ਕੰਮ ਕਰਦੇ, ਮੇਰਾ ਜਵਾਕ ਵੀ ਕਰਦਾ ਹੋਣਾ, ਜਾਂ ਉਹਨਾਂ ਨੂੰ ਉਦੋਂ ਉਹਨੂੰ ਲੈ ਕੇ ਥੋੜ੍ਹਾ ਬਹੁਤ ਕੋਈ ਸਬੂਤ ਵੀ ਹੈ, ਜਾਂ ਕੋਈ ਉਹਨਾਂ ਨੂੰ ਹੰਚ ਹੈਗੀ ਹੈ, ਇੱਕ ਇੰਟਿਊਸ਼ਨ ਹੈਗੀ ਆ, ਪਰ ਸਟਰੋਂਗ ਇੰਟਿਊਸ਼ਨ ਆ। ਜਦੋਂ ਪੇਰੈਂਟਸ ਦੇ ਮਨ ਵਿੱਚ ਜਾਂ ਉਹਨਾਂ ਦੀ ਕਨਵਰਸੇਸ਼ਨ ਦੇ ਤੌਰ ਤਰੀਕੇ ਦੇ ਵਿੱਚ ਬੱਚੇ ਨਾਲ ਇਹ ਗੱਲ ਬੜੀ ਭਾਰੂ ਹੋ ਜਾਵੇ ਕਿ ਤੂੰ ਕੀਤਾ ਹੀ ਹੋਣਾ, ਅਤੇ ਉਹ ਸ਼ੱਕ ਹੈ ਜਿਹੜਾ ਇੰਨਾ ਡੋਮੀਨੈਂਟ ਹੋ ਜਾਵੇ, ਤਾਂ ਐਕਚੁਅਲੀ ਉਹ ਬੱਚੇ ਨੂੰ ਉਹੀ ਕੰਮ ਕਰਨ ਦੇ ਰਸਤੇ 'ਤੇ ਧਕੇਲ ਦਿੰਦਾ। ਇਜ਼ ਦੈਟ ਟਰੂ? ਗੱਲ ਸਹੀ ਹੈ ਵਿਜੇ ਜੀ, ਕਿਉਂਕਿ ਇਹ ਜਿਹੜਾ ਅਗੇਨ ਉੱਥੇ ਉਹਨਾਂ ਨੂੰ ਪੈਰੈਂਟ ਚਾਈਲਡ ਇੰਟਰੈਕਸ਼ਨ ਦੀ ਪ੍ਰੋਬਲਮ ਆ ਗਈ ਆ, ਕਿਉਂਕਿ ਪੈਰੈਂਟ ਟਰਸਟ ਨਹੀਂ ਕਰ ਰਿਹਾ ਬੱਚੇ ਨੂੰ। ਪੈਰੈਂਟਸ ਨੂੰ ਇਹ ਵੀ ਸ਼ੱਕ ਹੈਗਾ, ਪੈਰੈਂਟਸ ਨੇ ਪ੍ਰੋਗਰਾਮ ਵੀ ਦੇਖੇ, TV 'ਚ ਵੀ ਦੇਖੇ, ਤੁਹਾਨੂੰ ਵੀ ਸ਼ੱਕ ਪੈਂਦਾ ਮੇਰਾ ਬੱਚਾ ਵੀ ਕਰ ਰਿਹਾ। ਹੁਣ ਉਹ ਬਹੁਤ ਆਈਡੀਅਲਿਸਟਿਕ ਪੈਰੈਂਟ ਹੈਗਾ ਵੀ ਸਾਰਾ ਕੁਛ ਕਲੀਨ ਹੋਣਾ ਚਾਹੀਦਾ ਹੈ ਨਾ। ਸੋ ਉਹਦੇ ਆਧਾਰ 'ਚ ਉਹ ਸ਼ੱਕ ਦੀ ਜਿਹੜੀ ਹੈਗੀ ਸੂਈ ਆਪਣੇ ਬੱਚੇ ਦੇ ਉੱਤੇ ਰੱਖ ਰਿਹਾ, ਔਰ ਬੱਚੇ ਨੇ ਕੀਤਾ ਨਹੀਂ ਹੁੰਦਾ। ਲੇਕਿਨ ਕਈ ਵਾਰ ਚੇੜ 'ਚ ਆ ਕੇ ਬੱਚਾ ਕਹਿੰਦਾ ਵੀ ਹੁਣ ਤੂੰ ਤਾਂ ਮਤਲਬ ਮੰਨਣਾ ਨਹੀਂ, ਚੱਲ ਮੈਂ ਕਰਕੇ ਦੱਸ ਦਿੰਦਾ ਹੈ ਨਾ। ਸੋ ਇਹ ਹੁੰਦਾ ਰਿਵਰਸ ਸਾਈਕੋਲੋਜੀ ਜਾਂ ਐਕਟਿੰਗ ਆਊਟ ਬਿਹੇਵੀਅਰ। ਅਗੇਨ ਬੈਕ ਟੂ ਬੇਸਿਕ, ਸਾਨੂੰ ਕਮਿਊਨੀਕੇਸ਼ਨ 'ਚ ਹੀ ਜਾਣਾ ਪੈਣਾ। ਦੇਖੋ ਬੱਚਾ ਤੁਹਾਡਾ 50% ਜਿਹੜਾ ਜੈਨੇਟਿਕ ਮਟੀਰੀਅਲ ਬਾਪ ਦਾ, 50 ਮਾਂ ਦਾ, ਅਤੇ ਤੁਹਾਡਾ ਹੀ ਅੱਧਾ ਅੰਗ ਹੈਗਾ ਨਾ। ਤਾਂ ਤੁਸੀਂ ਟਰਸਟ ਕਰੋ, ਜਿੱਦਾਂ ਤੁਸੀਂ ਆਪਣੇ ਆਪ ਨੂੰ ਟਰਸਟ ਕਰਦੇ, ਬੱਚੇ ਨੂੰ ਵੀ ਟਰਸਟ ਕਰੋ। ਇੱਥੇ ਕੰਟਰੀ 'ਚ ਨਾ ਬੱਚੇ ਮੈਂ ਕਹਿੰਦਾ ਸਾਧੂ ਨੇ, ਉਹ ਗਲਤੀ ਕਰਨਗੇ ਵੀ ਤੇ ਦੱਸ ਦਿੰਦੇ ਆ। ਅਸੀਂ ਉਸ ਸਮਾਜ 'ਚੋਂ ਆਏ ਜਿੱਥੇ ਅਸੀਂ ਬਦਮਾਸ਼ੀ ਮਾਹੌਲ ਤੋਂ ਆਏ ਹਾਂ, ਸਟਰੀਟ ਫਾਈਟਰ ਮਾਹੌਲ ਤੋਂ ਆਏ ਹਾਂ, ਅਸੀਂ ਮਤਲਬ ਸਟਰੀਟ ਕੌਨਸ਼ੀਅਸ ਮਾਹੌਲ ਤੋਂ ਆਏ ਹਾਂ। ਅਤੇ ਇਹ ਬੱਚੇ ਜਿਹੜੇ ਹੈਗੇ ਸਿੰਪਲੀ ਸਿਟੀ 'ਚ ਰੇਜ਼ ਹੋਏ ਆ। ਠੀਕ ਹੈ, ਕਦੀ ਕਦਾਰ ਉਹਨਾਂ ਨੇ ਗਲਤੀਆਂ ਕਰਨੀਆਂ, ਲੇਕਿਨ ਗਲਤੀ ਤੋਂ ਹੀ ਆਪਾਂ ਸਿੱਖਦੇ ਹਾਂ। ਅਗਰ ਆਪਾਂ ਲਰਨਿੰਗ ਹੋਈ ਗਲਤੀ ਤੋਂ ਬਾਅਦ, ਐਕਚੁਅਲੀ ਉਹ ਬੈਟਰ ਲਰਨਿੰਗ ਹੁੰਦੀ ਹੈ, ਬਜਾਏ ਕਿ ਨਾ ਮਤਲਬ ਉਸ ਗੱਲ ਨੂੰ ਸੁਣੀਏ। ਸੋ ਬੈਕ ਟੂ ਫਿਰ ਉਹ ਇਹ ਹੁੰਦੇ ਆ ਵੀ ਉਹਨਾਂ ਨੂੰ ਟਰਸਟ ਕਰਨਾ ਚਾਹੀਦਾ। ਅਤੇ ਜਿਹੜਾ ਉਹ ਕਮਿਊਨੀਕੇਸ਼ਨ ਦਾ ਚੈਨਲ ਆ, ਉਹ ਜਦੋਂ ਬੱਚਾ 12, 13, 14, 15, 16 ਸਾਲ ਦਾ ਹੋ ਗਿਆ,
ਉਦੋਂ ਉਹ ਮਜ਼ਬੂਤ ਹੀ ਕੀਤਾ ਜਾ ਸਕਦਾ, ਐਸਟੈਬਲਿਸ਼ ਉਹ ਪਹਿਲੇ 5 ਸਾਲਾਂ 'ਚ ਕਰਨਾ ਪੈਣਾ। ਪਹਿਲੇ ਗਰਾਊਂਡ ਵਰਕ ਤਾਂ ਉੱਥੇ ਹੁੰਦਾ। ਜਿੱਦਾਂ ਅਗਰ ਸਮਝੋ ਹੁਣ ਮੇਰੀ ਵੱਡੀ ਬੇਟੀ ਹਾਰਟ ਸਪੈਸ਼ਲਿਸਟ ਹੈ, ਮੈਨੂੰ ਚੇਤਾ ਅਜੇ ਵੀ ਉਹ ਸੀਨ ਆ ਰਿਹਾ ਵੀ ਜਦ ਮੈਂ ਉਹਨੂੰ ਆਪਣੇ ਪਿੰਡੇ 'ਤੇ ਘੋੜਾ ਗੱਡੀ ਵਾਂਗਰ 4 ਪਹੀਏ ਵਾਂਗਰ ਚੱਲਿਆ ਸੀ। ਦੂਜੀ ਮੇਰੀ ਬੇਟੀ ਚਾਈਲਡ ਸਪੈਸ਼ਲਿਸਟ ਦੇ ਐਗਜ਼ਾਮ ਦੇ ਰਹੀ ਹੈ ਨਾ, ਸੇਮ ਹੀ ਥਿੰਗ ਹੈ। ਕਮਿਊਨੀਕੇਸ਼ਨ ਵੈਰੀ ਇੰਪੋਰਟੈਂਟ। ਹਾਲਾਂਕਿ ਉਹ ਵੱਖ-ਵੱਖ ਏਰੀਆਜ਼ 'ਚ ਹੁਣ ਹੈਗੇ ਆ, ਬਟ ਮੈਂ ਉਹਨਾਂ ਦੇ ਨਾਲ ਅੱਜ ਵੀ ਕੁਛ ਗੱਲ ਸੋਚਾਂ, ਦੇ ਸਟਿਲ ਗੈਟ ਇਟ ਵਿਦਆਊਟ ਟੈਲੀਫੋਨ ਮੈਸੇਜ। ਉਹਨੂੰ ਕਹਿੰਦੇ ਟੈਲੀਪੈਥਿਕ ਕਮਿਊਨੀਕੇਸ਼ਨ। ਹੋ ਸਕਦਾ, ਕਿਉਂ ਨਹੀਂ ਹੋ ਸਕਦਾ ਯਾਰ? ਕਿਉਂਕਿ ਬੱਚਾ ਤੁਹਾਡਾ ਹੀ ਅੰਗ ਹੈਗਾ, ਤੁਹਾਡਾ ਹੀ ਉਹ ਕੈਰੀ ਕਰ ਰਿਹਾ ਜੈਨੇਟਿਕ ਮਟੀਰੀਅਲ, ਤੁਹਾਡੀ ਹੀ ਸੋਚ ਆ, ਤੁਹਾਡੀ ਹੀ ਪਰਵਰਿਸ਼ ਹੈਗੀ ਆ। ਬੱਚੇ ਜਿਹੜੇ ਹੈਗੇ ਨਾ ਉਹ ਰੱਬ ਦਾ ਸਰੂਪ ਜੋ, ਸੋ ਉਹਨਾਂ ਨੂੰ ਟਰਸਟ ਕਰੋ। ਕਦੀ ਕਦਾਰ ਠੀਕ ਹੈ ਉਹਨਾਂ ਨੇ ਗਲਤੀਆਂ ਕਰਨੀਆਂ ਨਾ, ਤੇ ਗਲਤੀਆਂ ਨੂੰ ਆਪਾਂ ਸਮਾਧਾਨ ਕਰ ਸਕਦੇ, ਲੇਕਿਨ ਹੁਣ ਸਮਝੋ ਤੁਹਾਡੇ ਕੋਲ ਨਾ ਇੱਕ ਬਹੁਤ ਹੀ ਕੀਮਤੀ ਹੀਰਾ ਹੈਗਾ। ਹਾਂਜੀ ਹਾਂਜੀ। ਅਗਰ ਸਮਝੋ ਉਹਦੀ ਮਤਲਬ ਆਪਾਂ ਦੇਖ ਰੇਖ ਅੱਛੀ ਕਰਾਂਗੇ, ਉਹਦੀ ਚਮਕ ਠੀਕ ਰਹੇਗੀ, ਹੈ ਨਾ। ਅਗਰ ਉਹਦੇ ਉੱਤੇ ਅਸੀਂ ਹੁਣ ਕੱਪੜੇ ਪਾ ਕੇ ਸੁੱਟ ਦਿੱਤਾ, ਕੋਨੇ 'ਚ ਰੱਖ ਦਿੱਤਾ, ਉਹਨੂੰ ਤਾਲਾ ਬੰਦ ਕਰਕੇ ਰੱਖਦਾ, ਤਾਂ ਉਹਦਾ ਕੋਈ ਵਜੂਦ ਥੋੜ੍ਹੀ ਹੈਗਾ। ਜੀ ਜੀ ਜੀ। ਸੋ ਫਰੀਡਮ ਸਾਨੂੰ ਚਾਹੀਦਾ। ਦੂਜਾ ਇੱਕ ਪ੍ਰੋਬਲਮ ਮੈਂ ਦੇਖਦਾ ਵੀ ਅਸੀਂ 2 ਕਲਚਰ 'ਚ ਕਈ ਵਾਰ ਰੇਜ਼ ਹੋਏ ਹੁੰਦੇ, ਕਿਉਂਕਿ ਹਿੰਦੁਸਤਾਨ 'ਚ ਜਦੋਂ ਆਉਂਦੇ ਆ ਫਸਟ ਜਨਰੇਸ਼ਨ ਬੱਚੇ ਇੱਥੇ ਪੈਦਾ, ਉਹ ਕੈਨੇਡੀਅਨ ਕਲਚਰ ਨੂੰ ਵੀ ਦੇਖ ਰਹੇ ਆ, ਘਰ ਆ ਕੇ ਹਿੰਦੁਸਤਾਨੀ ਕਲਚਰ ਜਿਹੜਾ ਉਹਦੇ 'ਚ ਉਹਨੂੰ ਕਈ ਵਾਰ ਉਹਨਾਂ ਨੂੰ ਸੈਟਲ ਹੋਣਾ ਬੜਾ ਔਖਾ ਹੁੰਦਾ, ਕਨਫਲਿਕਟ ਹੋ ਜਾਂਦਾ, ਕਨਫਲਿਕਟ ਹੁੰਦਾ। ਸੋ ਉਹਨਾਂ ਨੂੰ ਵੀ ਸਮਝਣਾ ਚਾਹੀਦਾ, ਕੁਛ ਇੱਕ ਉਹਨਾਂ ਨੂੰ ਮਤਲਬ ਇਜਾਜ਼ਤ ਦੇਣੀ ਚਾਹੀਦੀ ਆ। ਮੈਂ ਨਹੀਂ ਕਹਿੰਦਾ ਵੀ ਬਹੁਤ ਜ਼ਿਆਦਾ ਹੀ ਉਹਨਾਂ ਨੂੰ ਛੋੜ ਦਿਓ, ਲੇਕਿਨ ਇਹ ਬੈਲੈਂਸ ਹੋਣਾ ਚਾਹੀਦਾ। ਮੈਂ ਜਦੋਂ ਟ੍ਰੇਨਿੰਗ ਕਰਦਾ ਸੀ, ਜੂਡਿਥ ਹਾਲ ਜਿਹੜੀ ਮੈਡੀਕਲ ਜੈਨੇਸਿਸਟ, ਉਹ ਵੀ ਨੋਬਲ ਪੀਸ ਵਾਸਤੇ, ਨੋਬਲ ਪ੍ਰਾਈਜ਼ ਵਾਸਤੇ ਉਹਨਾਂ ਨੂੰ ਕਿਹਾ ਸੀ, ਕਿਉਂਕਿ ਉਹਨਾਂ ਨੇ ਸਪਾਈਨਾ ਬਾਈਫਿਡਾ ਦੇ ਉੱਤੇ ਰਿਸਰਚ ਕੀਤੀ ਸੀ ਬਹੁਤ ਜ਼ਿਆਦਾ। ਜਦੋਂ ਡੇਵਿਡ ਸਮਿਥ ਨੂੰ ਅਵਾਰਡ ਮਿਲਿਆ ਸੀ ਵੈਂਕੂਵਰ 'ਚ, ਉਦੋਂ ਹੀ ਉਹ ਨੋਮੀਨੇਟਡ ਸੀ। ਉਹ ਜਦੋਂ ਅਸੀਂ ਟ੍ਰੇਨਿੰਗ ਕਰਦੇ, ਉਹ ਕਹਿੰਦੀ ਦੇਖ ਮੈਂ ਹੈਗੀ ਹੈ ਹੈਡ ਆਫ ਦਾ ਹਸਪੀਟਲ, ਮੇਰੇ ਕੋਲ ਰੋਜ਼ ਸਮੱਸਿਆ ਹੀ ਲੈ ਕੇ ਆਉਣੀ ਹੈ ਨਾ ਸਾਰਿਆਂ ਨੇ, ਹੋਰ ਕਿਸੇ ਨੇ ਤਾਂ ਥੋੜ੍ਹੀ ਹੋਣਾ ਕਹਿਣ ਵੀ ਤੂੰ ਬਹੁਤ ਵਧੀਆ ਕੰਮ ਕਰਦੀ ਹੈ। ਉਹ ਕਹਿੰਦੀ ਜਿਹੜੀ ਤੁਹਾਡੀ ਸਮੱਸਿਆ ਹੈ ਨਾ, ਤੁਸੀਂ ਲਿਖੋ, ਉਹਦੇ ਥੱਲੇ ਨਾ ਉਹਦੇ 3 ਸੋਲੂਸ਼ਨ ਵੀ ਨਾਲ ਲੈ ਕੇ ਆਓ, ਤਾਂ ਆਪਾਂ ਬਹਿ ਕੇ ਇੱਕ ਸੋਲੂਸ਼ਨ ਲੱਭ ਲਵਾਂਗੇ, ਵੀ ਥੋੜ੍ਹਾ ਹੋਮਵਰਕ ਕਰਕੇ ਵੀ ਆਓ। ਸੋ ਇਹ ਬੜੀ ਇੰਪੋਰਟੈਂਟ ਆ ਵੀ ਜਦੋਂ ਸਮੱਸਿਆ ਹੈਗੀ ਆ, ਉਹਦੇ ਜਿਹੜੇ ਸਮਾਧਾਨ ਆ ਆਪਾਂ ਨੈਗੋਸ਼ੀਏਟ ਕਰਕੇ ਇੱਕ ਦੇ ਉੱਤੇ ਆਪਾਂ ਨੱਕੀ ਕਰ ਲਈਏ ਵੀ ਇਹੀ ਕਰਨਾ। ਡਾਕਟਰ ਸਾਹਿਬ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਕਰਦਾ, ਹੋਰ ਤੁਹਾਡੇ ਤੋਂ ਕਾਫੀ ਹੋਰ ਜਾਣਕਾਰੀ ਇਕੱਤਰ ਕਰਦੇ ਰਹੀਏ, ਪਰ ਇਹ ਕਨਵਰਸੇਸ਼ਨ ਨੂੰ ਆਪਾਂ ਵਿਲ ਕੈਰੀ ਔਨ ਇਨ ਦ ਫਿਊਚਰ ਐਜ਼ ਵੈਲ। ਬਹੁਤ ਬਹੁਤ ਧੰਨਵਾਦ। ਖੁਸ਼ ਰਹੋ, ਆਬਾਦ ਰਹੋ, ਹੱਸਦੇ ਰਹੋ। ਯੂ ਲੁਕਿੰਗ ਵੈਰੀ ਗੁੱਡ। ਬਹੁਤ ਸੋਹਣੀ ਸਮਾਈਲ ਹੈ, ਬਹੁਤ ਵਧੀਆ ਦਿਨ ਜਾਊਗਾ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ।